ਸਾਹਿਬ ਢੋਲਕੀ ਬਾਣੀ ਦੇ ਆਰੰਭ ਕੀਤੇ ਸਨ ਤੱਕ ਬਾਣੀ ਦੇ ਸੰਪੂਰਨ ਭੋਗ ਪਏ ਹਨ। ਉਸ ਤੋਂ ਉਪਰੰਤ ਅਰਦਾਸ ਤੇ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਪਣੇ ਸ਼ਹੀਦਾਂ ਨੂੰ, ਕਿਉਂਕਿ ਕੌਮ ਦੇ ਜਿਨ੍ਹਾਂ ਦੇ ਆਧਾਰ ਤੇ ਹੀ ਇਹ ਕੌਮ ਅੱਜ ਚੜ੍ਹਦੀ ਕਲਾ ਦੇ ਵਿੱਚ ਹੈ, ਜਿਨ੍ਹਾਂ ਦੇ ਕਰਕੇ ਹੀ ਅੱਜ ਇਹ ਸਾਡੀ ਹਸਤੀ ਹੈ। ਨਹੀਂ ਤੇ ਬਹੁਤ ਸਾਰੇ ਧਰਮ ਦੁਨੀਆ ਦੇ ਉੱਤੇ ਹੋਂਦ ਵਿੱਚ ਆਏ ਨੇ, ਪਰ ਜਿਨ੍ਹਾਂ ਦੇ ਵਿੱਚ ਉਹ ਦਲੇਰੀ ਨਹੀਂ ਸੀ, ਜਿਨ੍ਹਾਂ ਦੇ ਅੰਦਰ ਉਹ ਅਧਿਆਤਮਕਤਾ ਨਹੀਂ ਸੀ, ਉਹ ਕੌਮਾਂ ਨੂੰ ਖਤਮ ਹੋਣ ਤੇ ਦੇਰ ਨਹੀਂ ਲੱਗੀ। ਤੇ ਸਿੱਖ ਕੌਮ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਐਸਾ ਆਧਾਰ ਬਖਸ਼ਿਆ ਹੈ ਬਾਣੀ ਦਾ ਤੇ ਬਾਣੇ ਦਾ। ਜਿੱਥੇ ਸਤਿਗੁਰੂ ਜੀ ਨੇ ਬਾਣੀ ਦੀ ਨਿਰਮਲ ਵਿਚਾਰ ਦਿੱਤੀ ਏ, ਉੱਥੇ ਨਾਲ ਹੀ ਸਾਡੇ ਵੀ ਪੂਰਨੇ ਪਾ ਦਿੱਤੇ ਪੰਜਵੇਂ ਰੂਪ ਦੇ ਵਿੱਚ ਕਿ ਜੇਕਰ ਆਪਣੀ ਅਣਖ ਤੇ ਗੈਰਤ ਨੂੰ ਕਾਇਮ ਰੱਖ ਕੇ ਦੁਨੀਆ ਦੇ ਵਿੱਚ ਚੱਲਣਾ ਹੈ, ਧਰਮ ਦਾ ਡਟ ਕੇ ਵਿਰੋਧ ਵੀ ਕਰਨਾ ਪਵੇਗਾ। ਨਾ ਤੇ ਆਪਣੇ ਉੱਪਰ ਹੀ ਧੱਕੇ ਨੂੰ ਸਹਾਰਨਾ ਹੈ ਤੇ ਨਾ ਹੀ ਕਿਸੇ ਦੇ ਨਾਲ ਧੱਕਾ ਹੋਣ ਦੇਣਾ ਹੈ। ਤੇ ਜੇ ਇਸ ਕਾਰਜ ਨੂੰ ਪੂਰਾ ਕਰਨਾ ਹੈ ਤੇ ਉਹਦੇ ਵਾਸਤੇ ਫਿਰ ਕੁਰਬਾਨ ਵੀ ਹੋਣਾ ਪਵੇਗਾ, ਆਪਣਾ ਆਪ ਵੀ ਵਾਰਨਾ ਪਵੇਗਾ। ਤੇ ਗੁਰੂ ਸਾਹਿਬ ਜੀ ਨੇ ਇਕੱਲਾ ਸਾਨੂੰ ਉਪਦੇਸ਼ ਹੀ ਨਹੀਂ ਕੀਤਾ, ਸਗੋਂ ਕਰਕੇ ਵੀ ਵਿਖਾਇਆ ਹੈ। ਇੱਥੋਂ ਤੱਕ ਕਿ ਸਾਡੀ ਸਿੱਖ ਕੌਮ ਐਸੀ ਹੈ, ਸਾਡੇ ਗੁਰੂ ਸਾਹਿਬਾਨ ਐਸੇ ਨੇ ਕਿ 9ਵੇਂ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਕਰਨੀ ਹੀ ਹੈ, ਨਾਲ ਹੀ ਦੂਸਰੇ ਧਰਮ ਦੀ ਰੱਖਿਆ ਕੁਰਬਾਨੀ ਦਿੱਤੀ ਹੈ। ਸਿੱਖ ਐਸਾ ਹੈ ਜੋ ਆਪਣੇ ਧਰਮ ਦਾ ਸਤਿਕਾਰ ਕਰਦਾ ਹੈ, ਨਾਲ ਨਾਲ ਹੋਰਾਂ ਧਰਮਾਂ ਦਾ ਵੀ ਸਤਿਕਾਰ ਕਰਨ ਵਾਲਾ ਹੈ। ਵਾਲੀ ਇਹ ਕੌਮ ਜਦ ਜਿੱਥੇ ਸਰਬੱਤ ਦਾ ਭਲਾ ਮੰਗਦੀ ਏ, ਉਥੇ ਨਾਲ ਹੀ ਇਹ ਆਪਣੇ ਹੱਕਾਂ ਵਾਸਤੇ ਵੀ ਜੂਝ ਕੇ ਮਰਨਾ ਜਾਣਦੀ ਏ। ਤੇ ਇਹ ਸਤਿਗੁਰੂ ਪਾਤਸ਼ਾਹ ਜੀਆਂ ਨੇ ਹੀ ਸਾਨੂੰ ਸਿਖਾਇਆ ਹੈ। ਸੋ ਇਹ ਜੂਨ 1984 ਜਿਸ ਦੇ ਅੰਦਰ ਸਾਡੇ ਕੌਮ ਦੇ ਮਹਾਨ ਆਗੂ, ਕਹਿਣੀ ਤੇ ਕਥਨੀ ਦੇ ਪੂਰੇ ਮਰਦੇ ਮਜ਼ਾਹਿਦ ਸੰਤ ਸਿਪਾਹੀ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ, ਜਿਨ੍ਹਾਂ ਦਾ ਨਾਮ ਲੈਂਦਿਆਂ ਸਾਰ ਹੀ ਮਾਣ ਮਹਿਸੂਸ ਹੁੰਦਾ ਹੈ। ਹਰ ਇੱਕ ਨੂੰ ਜਿਹੜੇ ਕਿ ਸੰਤਾਂ ਦੀ ਸ਼ਖਸੀਅਤ ਤੋਂ ਜਾਣੂ ਸਨ, ਉਹਨਾਂ ਦਾ ਸੀਨਾ ਮਾਣ ਦੇ ਨਾਲ ਚੌੜਾ ਹੋ ਜਾਂਦਾ ਹੈ ਕਿ ਸਾਡੀ ਕੌਮ ਦੇ ਅੰਦਰ ਐਸੇ ਸਿਰ ਲੱਖ ਜਿਨ੍ਹਾਂ ਨੇ ਆਪਣੇ ਸਿਰ ਧੜਦੀ ਬਾਜੀ ਲਾਈਏ, ਆਪਣੀ ਹੀ ਨਹੀਂ ਹੋਰਾਂ ਨੂੰ ਵੀ ਇੱਥੋਂ ਤੱਕ ਪ੍ਰੇਰਿਤ ਕਰ ਦਿੱਤਾ ਕਿ ਉਹਨਾਂ ਨੇ ਦਿੱਲੀ ਤਖਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਜੁੜ ਮਿਲ ਕੇ ਬੈਠਾ। ਸੋ ਆਓ ਕੁਝ ਕੁ ਸਮਾਂ ਇਤਿਹਾਸ ਦੇ ਅੰਦਰੋਂ ਤੇ ਕੁਝ ਕੁ ਸਮਾਂ ਗੁਰਬਾਣੀ ਦੀ ਵਿਚਾਰਾਂ ਦੇ ਰਾਹੀਂ ਅਸੀਂ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰ ਸਕੀਏ। ਉਹਨਾਂ ਦੇ ਪਾਏ ਹੋਏ ਪੁੰਨਿਆਂ ਉੱਪਰ ਅਸੀਂ ਚੱਲ ਤਾਂ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਵੇ ਕਿ ਜਿਨ੍ਹਾਂ ਦੀ ਖਾਤਾਂ ਦਿੱਤੀਆਂ ਨੇ ਵਾਕਈ ਹੀ ਇਹ ਕੌਮ ਸਾਡੀ ਜਾਗਰਤ ਹੈ, ਸੌਂ ਨਹੀਂ ਗਈ। ਸੋ ਪਿਆਰੀ ਸਾਧ ਸੰਗਤ, ਜਿਹੜਾ ਕਿ ਇਹ ਜੂਨ 1984 ਦਾ ਘੱਲੂਘਾਰਾ, ਤੀਸਰਾ ਘੱਲੂਘਾਰਾ ਇਤਿਹਾਸ ਦੇ ਅੰਦਰ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ 2 ਘੱਲੂਘਾਰੇ ਕੌਮ ਦੇ ਵਿੱਚ ਵਾਪਰੇ ਨੇ। ਇੱਕ ਘੱਲੂਘਾਰਾ ਕੋਪਤ ਹੀੜੇ ਨਾਂ ਦੀ ਧਰਤੀ ਤੇ ਮਲੇਰਕੋਟ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਹੋਇਆ ਹੈ, ਜਿਹਦੇ ਵਿੱਚ 20,000 ਤੋਂ ਲੈ ਕਰਕੇ 50,000 ਤੱਕ ਸ਼ਹਾਦਤਾਂ ਹੋਈਆਂ ਨੇ। ਸਿੱਖਾਂ ਦੇ ਪਰਿਵਾਰ ਹੀ ਸ਼ਹਾਦਤ ਦਾ ਜਾਮ ਪੀ ਗਏ। ਦੂਸਰਾ ਘੱਲੂਘਾਰਾ ਕੰਨ
ਦੇ ਸ਼ੰਭ 'ਚ ਹੋਇਆ। ਪਠਾਨ ਮੁਗਲ ਬਾਦਸ਼ਾਹ ਜਈਆ ਖਾਨ, ਉਹਦਾ ਦੀਵਾਨ ਸੀ ਲਖਪਤ ਰਾਏ, ਸਿੱਖਾਂ ਦਾ ਕੱਟੜ ਵਿਰੋਧੀ। ਉਸ ਨੇ ਸ਼ੰਭ ਕਾਨੂੰਵਾਨ ਦੇ ਵਿੱਚ 7,000 ਤੋਂ ਲੈ ਕਰਕੇ 10,000 ਦੇ ਕਰੀਬ ਸਿੰਘਾਂ ਦਾ ਘਾਣ ਕੀਤਾ, ਦਿਲ ਖੋਲ ਕੇ ਕਤਲੇਆਮ ਕੀਤਾ। ਤੇ ਤੀਸਰਾ ਘੱਲੂਘਾਰਾ ਜੂਨ 1984 ਦਾ, ਜੋ ਮੌਜੂਦਾ ਹਿੰਦੁਸਤਾਨ ਦੀ ਸਰਕਾਰ ਨੇ, ਕਿਉਂਕਿ ਜਿਹੜੇ ਉਹ ਘੱਲੂਘਾਰੇ ਸਨ ਉਹ ਤੇ ਮੁਗਲ ਬਾਦਸ਼ਾਹ ਦੇ, ਉਹਨਾਂ ਮੁਗਲ ਹਕੂਮਤ ਦੇ ਵਿੱਚ ਹੋਏ, ਪਰ ਇਹ ਜਿਹੜਾ ਤੀਸਰਾ ਘੱਲੂਘਾਰਾ ਹੈ ਇਹਦੇ ਵਿੱਚ ਉਹ ਸਰਕਾਰ ਵਹਿਸ਼ੀਪੁਣਾ ਦੇ ਉੱਤੇ ਉਤਰ ਆਈ ਕਿ ਜਿਸ ਦੇਸ਼ ਨੂੰ ਸਿੱਖਾਂ ਨੇ ਆਜ਼ਾਦ ਕਰਵਾਉਣ ਦੇ ਵਿੱਚ ਆਪਣੀ ਗਿਣਤੀ 2% ਹੋਣ ਦੇ ਬਾਵਜੂਦ 93% ਕੁਰਬਾਨੀਆਂ ਕੀਤੀਆਂ ਹੋਵਣ, ਤੇ ਉਹੀ ਦੇਸ਼ ਦੀ ਸਰਕਾਰ ਜਿਹੜੀ ਹੈ ਉਹੀ ਕੌਮ ਨੂੰ ਤਬਾਹ ਕਰਨ ਵਾਸਤੇ, ਖਤਮ ਕਰਨ ਵਾਸਤੇ ਗੁਰੂ ਕੇ ਧਾਮ ਦੇ ਉੱਤੇ ਜੋ ਸਿੱਖਾਂ ਦਾ ਹੈ, ਜੋ ਸਿੱਖਾਂ ਦੀ ਆਤਮਾ ਹੈ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਉਹਦੇ ਉੱਤੇ ਆ ਕਰਕੇ ਹਮਲਾ ਕੀਤਾ ਹੈ। ਸਿੱਖ ਕੌਮ ਦਾ ਹਿਰਦਾ ਬਲੁੰਦਰ ਕੇ ਰੱਖ ਦਿੱਤਾ। ਅੱਜ ਵੀ ਜਦ ਅਸੀਂ ਉਹ ਸਮੇਂ ਨੂੰ ਯਾਦ ਕਰਦੇ ਹਾਂ ਤੇ ਮਨ ਇੱਕ ਤਰ੍ਹਾਂ ਦੇ ਨਾਲ ਉਸੇ ਦਰਦ ਨਾਲ ਹੀ ਭਰ ਜਾਂਦਾ ਹੈ। ਭਾਵੇਂ ਕਿ ਇਹਨਾਂ ਤਿੰਨਾਂ ਘੱਲੂਘਾਰਿਆਂ ਦੇ ਕਈ ਕਾਰਨ ਹੋ ਸਕਦੇ ਨੇ, ਪਰ ਮੁੱਖ ਰੂਪ ਦੇ ਵਿੱਚ ਕਾਰਨ ਇਹੀ ਸੀ ਕਿ ਸਿੱਖ ਕੌਮ ਦਾ ਖੁਰਾ ਖੋਜ ਮਿਟਾਇਆ ਜਾਵੇ। ਇਸੇ ਕਾਰਨ ਕਰਕੇ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਭਾਰੀ ਕਤਲੇਆਮ ਕੀਤਾ ਗਿਆ। ਅਨੇਕਾਂ ਕਾਰਨ, ਪਰ ਮੁੱਖ ਕਾਰਨ ਇਹੀ ਸੀਗਾ। ਪਰ ਉਹ ਸਰਕਾਰਾਂ, ਮੁਗਲ ਜਰਵਾਣੇ, ਭਾਵੇਂ ਹਿੰਦੁਸਤਾਨ ਦੀ ਸਰਕਾਰ ਹੈ, ਭਾਵੇਂ ਮੁਗਲ ਬਾਦਸ਼ਾਹ ਹਨ, ਪਰ ਉਹ ਇਸ ਗੱਲ ਨੂੰ ਭੁੱਲ ਗਏ ਕਿ ਇਹ ਕੌਮ ਐਸੀ ਹੈ, ਇਹ ਪੰਥ ਐਸਾ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਰਜੀਤ ਕੀਤਾ ਹੈ। ਇਹ ਸਿੱਖ ਕੌਮ, ਇਹ ਸਿੱਖ ਧਰਮ, ਇਹ ਬੂਟਾ ਐਸਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਲਾਇਆ ਏ, ਤੇ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੇ ਲਾਲਾਂ ਦਾ ਖੂਨ ਪਾ ਕੇ ਇਹਨੂੰ ਸਿੰਜਿਆ ਏ। ਠੀਕ ਹੈ ਕਿ ਸਮਾਂ ਦੇ ਆਉਣ ਦੇ ਨਾਲ, ਸਮੇਂ ਦੇ ਪ੍ਰਭਾਵ ਦੇ ਨਾਲ ਕਦੇ ਬਸੰਤ ਰੁੱਤ ਵੀ ਆ ਜਾਂਦੀ ਏ, ਕਦੇ ਪੱਤਝੜ ਵੀ ਆ ਜਾਂਦੀ ਏ, ਕਦੇ ਪੱਤੇ ਵੱਧ ਫੁੱਲ ਜਾਂਦੇ ਨੇ, ਗਿਣਤੀ ਵੱਧ ਜਾਂਦੀ ਹੈ, ਤੇ ਪੱਤਝੜ ਆਉਣ ਕਰਕੇ ਘਟ ਵੀ ਜਾਂਦੀ ਏ। ਪਰ ਇਹ ਬੂਟਾ ਐਸਾ ਹੈ ਜੋ ਕਦੇ ਸੁੱਕ ਨਹੀਂ ਸਕਦਾ, ਜਿਹਨੂੰ ਕਦੇ ਪੂਰਨ ਰੂਪ ਦੇ ਵਿੱਚ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜੇ ਇਹਨੂੰ ਖਤਮ ਕਰਨ ਵਾਸਤੇ ਆਏ ਉਹਨਾਂ ਦਾ ਆਪਣਾ ਨਾਮੋ ਨਿਸ਼ਾਨ ਧਰਤੀ ਦੇ ਤਖਤੇ ਤੋਂ ਬਿਲਕੁਲ ਸਦੀਵ ਕਾਲ ਵਾਸਤੇ ਖਤਮ ਹੋ ਗਿਆ। ਪਰ ਇਹ ਕੌਮ ਉਵੇਂ ਦੀ ਉਵੇਂ ਹੀ ਚੜ੍ਹਦੀ ਕਲਾ ਦੇ ਵਿੱਚ ਹੈ। ਇਹ ਐਸੀ ਕੌਮ ਹੈ, ਭਾਵੇਂ ਗਿਣਤੀ ਦੇ ਵਿੱਚ 2 ਵੀ ਕਿਉਂ ਨਾ ਰਹਿ ਜਾਣ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਰਗੇ, ਤਾਂ ਵੀ ਇਹ ਇੰਨੀ ਹਿੰਮਤ ਰੱਖਦੇ ਨੇ ਕਿ ਦਿੱਲੀ ਨੂੰ ਸਿੱਧੇ ਤੌਰ ਤੇ ਹੋ ਕਰਕੇ ਤੇ ਵੰਗਾਰਨ ਦੀ ਵੀ ਹਿੰਮਤ ਹੈ। 2 ਜਣੇ ਵੀ ਰਾਜ ਕਾਇਮ ਕਰਨ ਦੀ ਸੱਤਾ ਰੱਖਦੇ ਨੇ। ਐਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਤਖਤੇ ਦੇ ਉੱਤੇ ਉਜਾਗਰ ਕੀਤਾ ਹੋਇਆ ਹੈ। ਕਿਉਂ? ਕਿਉਂਕਿ ਖਾਲਸਾ ਫੌਜ ਅਕਾਲ ਦੀ ਏ। ਜਿਵੇਂ ਗੁਰਬਾਣੀ ਦੇ ਅੰਦਰ ਜ਼ਿਕਰ ਹੈ ਕਿ ਅਕਾਲ ਪੁਰਖ ਦਾ ਕੋਈ ਆਦ ਨਹੀਂ, ਕੋਈ ਅੰਤ ਨਹੀਂ, ਉਹ ਸਦੀਵ ਕਾਲ ਹਸਤੀ ਏ। ਇਸੇ ਪ੍ਰਕਾਰ ਖਾਲਸਾ ਅਕਾਲ ਦਾ ਹੋਣ ਕਰਕੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਦਾ ਆਦ ਅੰਤ ਨਹੀਂ ਏ, ਤੇ ਖਾਲਸੇ ਦਾ ਆਦ ਤੇ ਹੈਗਾ ਏ, ਪਰ ਅੰਤ ਕੋਈ ਨਹੀਂ। ਇਹਨੂੰ ਮਟਾਉਣ ਵਾਲੇ ਮੁੱਕ ਜਾਵਣਗੇ, ਪਰ ਇਹ ਕੌਮ ਕਦੇ ਨਹੀਂ ਮੁੱਕ ਸਕਦੀ, ਕਦੇ ਖਤਮ ਨਹੀਂ ਦੇ ਹੋ ਸਕਦੀ। ਜਿਨ੍ਹਾਂ ਨੇ ਜ਼ੋਰ ਲਾਇਆ ਉਹ ਖੁਦ ਸੰਸਾਰ ਦੇ ਉੱਤੇ ਨਹੀਂ ਰਹੇ, ਤੇ ਜਿਨ੍ਹਾਂ ਨੇ ਵੀ ਜ਼ੁਲਮ ਕੀਤੇ, ਸਮਾਂ ਪਾਉਣ ਦੇ ਨਾਲ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ ਤੇ ਪੈਂਦੀਆਂ ਰਹਿਣਗੀਆਂ। ਜਦ ਵੀ ਇਹ ਦਿਨ ਆਉਣਗੇ, ਜਦ ਵੀ ਇਹ ਦਿਨ ਮਨਾਏ ਜਾਵਣਗੇ, ਦੁਸ਼ਮਣਾਂ ਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ, ਪਰ ਇਹ ਸਿੱਖ ਕੌਮ ਦੀ ਮਹਾਨ ਫੁਲਵਾੜੀ ਇਸੇ ਪ੍ਰਕਾਰ ਹੀ ਟਹਿਕਦੀ ਤੇ ਮਹਿਕਦੀ ਤੇ ਖੁਸ਼ਬੂ ਵੰਡਦੀ ਰਹੇਗੀ।
ਜਿਹੜਾ ਪਹਿਲਾ ਘੱਲੂਘਾਰਾ ਕਰਨ ਵਾਲਾ ਅਹਿਮਦ ਸ਼ਾਹ ਅਬਦਾਲੀ ਸੀ, ਉਹਦੇ ਵੀ ਇਹ ਬੋਲ ਸੀਗੇ। ਜਿਸ ਵੇਲੇ ਅਹਿਮਦ ਸ਼ਾਹ ਹਿੰਦੁਸਤਾਨ ਦੇ ਵਿੱਚ ਆ ਕਰਕੇ ਲੁੱਟਾਂ ਖੋਹਾਂ ਕਰਦਾ, ਲੋਕਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਲੈ ਜਾਂਦਾ ਸੀ, ਤੇ ਸਿੰਘ ਸੂਰਮਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਸੀ ਤਾਂ ਉਹ ਜਾ ਕਰਕੇ ਸਾਰਾ ਉਹਦਾ ਲਸ਼ਕਰ, ਸਾਰਾ ਉਹਦਾ ਖਜ਼ਾਨਾ ਲੁੱਟ ਲੈਂਦੇ ਤੇ ਧੀਆਂ ਭੈਣਾਂ ਘਰੋਂ ਘਰੀ ਬਾ ਇੱਜ਼ਤ ਸਹਿਤ ਪਹੁੰਚਾ ਕੇ ਆਉਂਦੇ। ਤੇ ਇੱਕ ਵਾਰੀ ਉਸਨੇ ਪੁੱਛ ਹੀ ਲਿਆ ਕਿ ਇਹ ਕੌਮ ਕੌਣ ਹੈ ਜੋ ਮੇਰੇ ਰਸਤੇ ਦਾ ਇੰਨਾ ਭਾਰੀ ਅੜਿੱਕਾ ਬਣ ਰਹੀ ਹੈ? ਕੌਣ ਲੋਕ ਹਨ ਜਿਨ੍ਹਾਂ ਨੂੰ ਮੌਤ ਦਾ ਕੋਈ ਖੌਫ ਹੀ ਨਹੀਂ, ਜਿਹੜੇ ਇੰਨੇ ਦਲੇਰ ਨੇ? ਕਿੱਥੋਂ ਆਉਂਦੇ ਨੇ? ਕਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਏ? ਬਾਦਸ਼ਾਹਾਂ ਦੇ ਨਾਲ ਆਪਣੇ ਸਿੱਧੇ ਪੰਗੇ ਲੈ ਲੈਂਦੇ ਨੇ, ਸਿੱਧਾ ਮੱਥਾ ਲਾ ਕੇ ਬਹਿ ਜਾਂਦੇ ਨੇ। ਤੇ ਇਹ ਕੌਮ ਹੈ ਕੌਣ? ਪਤਾ ਚੱਲਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਇਆ ਹੋਇਆ ਇਹ ਸਿੱਖ ਧਰਮ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੇ ਖਾਲਸੇ ਦਾ ਨਾਮ ਦਿੱਤਾ ਏ ਤੇ ਇਹਨਾਂ ਦਾ ਫਰਜ਼ ਹੀ ਇਹ ਹੈ ਗਊ ਗਰੀਬ ਦੀ ਰੱਖਿਆ ਕਰਨੀ, ਜ਼ੁਲਮ ਨਾ ਆਪਣੇ ਉੱਤੇ ਹੋਣ ਦੇਣਾ, ਨਾ ਕਿਸੇ ਉੱਤੇ ਹੋਣ ਦੇਣਾ। ਤੇ ਇਹ ਇਸ ਕਾਰਜ ਵਾਸਤੇ ਆਪਣੀ ਸਿਰ ਧੜ ਦੀ ਬਾਜੀ ਲਾ ਜਾਂਦੇ ਨੇ। ਤੇ ਅਹਿਮਦ ਸ਼ਾਹ ਅਬਦਾਲੀ ਉਸ ਵੇਲੇ ਕਹਿਣ ਲੱਗਾ ਕਿ ਜੇਕਰ ਸਮਾਂ ਪਾਉਂਦੇ ਇਹਨਾਂ ਨੂੰ ਨੱਥ ਨਾ ਪਾਈ ਗਈ ਤੇ ਜ਼ਰੂਰ ਇੱਕ ਦਿਨ ਇਹ ਸਾਡਾ ਮੁਗਲ ਸਾਮਰਾਜ ਖਤਮ ਕਰਕੇ ਤੇ ਆਪਣਾ ਸਿੱਖ ਰਾਜ ਕਾਇਮ ਕਰ ਲੈਣਗੇ। ਤੇ ਉਹ ਬੋਲ ਸੱਚ ਵੀ ਹੋਏ। ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਵੀ ਦਿਖਾਏ। ਐਸੇ ਪ੍ਰਕਾਰ ਛੋਟਾ ਘੱਲੂਘਾਰਾ ਕਰਨ ਵਾਲਾ ਦੀਵਾਨ ਲਖਪਤ ਰਾਏ, ਉਹਨੇ ਇਹ ਸਾਹੂ ਖਾਧੀ ਸੀ ਕਿਉਂਕਿ ਉਹਦਾ ਭਰਾ ਸਿੰਘਾਂ ਦੇ ਨਾਲ ਝੜਪ ਕਰਦਾ ਹੋਇਆ ਜੰਗ ਦੇ ਵਿੱਚ ਮਾਰਿਆ ਗਿਆ, ਜਸਪਤ ਰਾਏ। ਤੇ ਲਖਪਤ ਰਾਏ ਨੇ ਗੁੱਸਾ ਖਾਦਾ ਤੇ ਭਰੇ ਹੋਏ ਦੀਵਾਨ ਦੇ ਵਿੱਚ ਮੁਗਲ ਹਕੂਮਤ ਦੇ ਵਿੱਚ ਇਹ ਸਹੁੰ ਖਾਦੀ ਸੀ ਕਿ ਜਿੰਨੀ ਦੇਰ ਤੱਕ ਮੈਂ ਗੁਰੂ ਨਾਨਕ ਦਾ, ਇੱਕ ਗੁਰੂ ਨਾਨਕ ਖੱਤਰੀ ਨੇ ਕਹਿਣ ਲੱਗਾ, ਉਹਦੇ ਬੋਲ ਸਨ, ਇੱਕ ਸਿੱਖ ਨੂੰ ਇਹ ਸੋਭਾ ਨਹੀਂ ਦਿੰਦੇ, ਪਰ ਉਹਦੇ ਬੋਲ ਸਨ ਕਿ ਗੁਰੂ ਨਾਨਕ ਖੱਤਰੀ ਨੇ ਇਹ ਧਰਮ ਚਲਾਇਆ ਏ ਤੇ ਮੈਂ ਲਖਪਤ ਰਾਏ ਖੱਤਰੀ ਇਹ ਧਰਮ ਨੂੰ ਖਤਮ ਕਰਕੇ ਹੀ ਸਾਹ ਲਵਾਂਗਾ। ਪਰ ਹੈਰਾਨ ਕਰ ਦੇਣ ਵਾਲੀ ਗੱਲ, ਅੱਜ ਲਖਪਤ ਰਾਏ ਦਾ ਕੋਈ ਨਾਮੋ ਨਿਸ਼ਾਨ ਨਹੀਂ। ਅੱਜ ਉਹਦੀ ਕੋਈ ਰਾਜਨੀਤਿਕ ਤਾਕਤ ਨਹੀਂ ਰਹੀ, ਅੱਜ ਉਹਦਾ ਕੋਈ ਅਹੁਦਾ ਨਹੀਂ ਰਿਹਾ। ਜਿਹੜੇ ਵੱਡੇ ਵੱਡੇ ਇਸ ਪ੍ਰਕਾਰ ਦੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ, ਸਿਰਾਂ ਦੇ ਮੁੱਲ ਤੱਕ ਪਾ ਦਿੱਤੇ ਗਏ, ਟਕੇ ਟਕੇ ਦੇ ਉੱਤੇ ਸਿੱਖਾਂ ਦੇ ਸਿਰ ਵੱਢੇ ਗਏ। ਤੇ ਇਥੋਂ ਤੱਕ ਜੇਕਰ ਕੋਈ ਸਿੱਖ ਨਹੀਂ ਸੀ ਲੱਭਦਾ, ਨੌਜਵਾਨ ਮਰਦ ਨਹੀਂ ਸੀ ਲੱਭਦਾ, ਬੀਬੀਆਂ ਦੇ ਸਿਰ ਲਾ ਦਿੱਤੇ ਗਏ। ਤੇ ਪੁੱਛਣ ਤੇ ਇਹ ਕਿਹਾ ਜਾਂਦਾ ਸੀ ਕਿ ਇਹ ਅਣਦਾੜੀਆ ਸਿੱਖ ਹੈ। ਤੇ ਇਸ ਪ੍ਰਕਾਰ ਨਾਲ ਮਾਇਆ ਦੀ ਖਾਤਰ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਇਆ। ਜਿੱਥੇ ਵੀ ਕੋਈ ਇੱਕ ਜਣਾ ਦੋ ਜਣਾ ਬੈਠੇ ਹੁੰਦੇ ਸੀ, ਸੁਰੱਖਿਅਤ ਨਹੀਂ ਸੀ ਹੁੰਦੇ। ਪਰ ਐਸੇ ਭਿਆਨਕ ਸਮੇਂ ਦੇ ਦੌਰ ਵਿੱਚ ਵੀ ਇਹ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੀ। ਤੇ ਮੀਰ ਮੰਨੂ ਵਰਗੇ ਜਿਨ੍ਹਾਂ ਨੇ ਭਾਰੀ ਕਤਲੇਆਮ ਸਿੱਖਾਂ ਦਾ ਕੀਤਾ, ਫਿਰ ਵੀ ਇਹ ਕੌਮ ਖੁਸ਼ੀ ਦੇ ਵਿੱਚ ਗੀਤ ਗਾਉਂਦੀ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਸਾਨੂੰ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਓਏ ਮੰਨੂਆ, ਤੂੰ ਸਾਨੂੰ ਕੀ ਵੱਢੇਗਾ? ਤੂੰ ਇੱਕ ਨੂੰ ਵੱਢੇਗਾ, ਦੋ ਆਵਾਂਗੇ, ਦੋ ਨੂੰ ਵੱਢੇਗਾ, ਚਾਰ ਆਵਾਂਗੇ, ਚੌਂ ਨੂੰ ਵੱਢੇਗਾ, 100 ਆਵਾਂਗੇ, 100 ਨੂੰ ਵੱਢੇਗਾ ਤੇ ਹਜ਼ਾਰਾਂ ਵਿੱਚ ਆਵਾਂਗੇ। ਕਿੰਨੇ ਕੁ ਖਤਮ ਕਰ ਲਵੇਂਗਾ? ਇਹ ਕੌਮ ਨੇ ਆਪਣੇ ਸਿਰ ਦਿੱਤੇ ਨੇ ਤੇ ਆਪਣੇ ਸਿਰ ਦੇ ਕਰਕੇ ਹੁਣ ਤੱਕ ਇਹ ਕੌਮ ਚੜ੍ਹਦੀ ਕਲਾ ਦੇ ਵਿੱਚ ਇਸ ਦੁਨੀਆ ਦੇ ਉੱਤੇ ਬਰਕਰਾਰ ਹੈ। ਜਿੰਨੀ ਦੇਰ ਤੱਕ ਅਕਾਲ ਦੀ ਹੋਂਦ ਹੈ, ਅਕਾਲ ਦੀ ਹੋਂਦ ਸਦੀਵੀ ਹੈ, ਇਸੇ ਪ੍ਰਕਾਰ ਖਾਲਸੇ ਦੀ ਵੀ ਹੋਂਦ ਸਦੀਵੀ ਹੈ ਤੇ ਔੜਕ ਰਾਜ ਵੀ ਖਾਲਸੇ ਦਾ ਹੀ ਹੈ। ਠੀਕ ਹੈ, ਸਮਾਂ ਪਾਉਣ ਦੇ ਨਾਲ ਝੂਠ ਦੀਆਂ ਸਰਕਾਰਾਂ ਆਉਣਗੀਆਂ, ਆਪਣਾ ਰਾਜ ਵੀ ਚਲਾਉਣਗੀਆਂ, ਪਰ ਕਿੰਨੀ ਕੁ ਦੇਰ ਤੱਕ? ਇਹ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਇਹ 4 ਦਿਨਾਂ ਦੇ ਰਾਜੇ ਨੇ, ਇਹ 4 ਦਿਨਾਂ ਦੀ ਬਾਦਸ਼ਾਹੀ ਏ, 4 ਦਿਨਾਂ ਦਾ ਇਹ ਜ਼ੁਲਮ ਹੈ, ਪਰ ਤੇ ਰਾਜ ਸੱਚ ਦਾ। ਸੋ ਇਸ ਪ੍ਰਕਾਰ ਦੇ ਨਾਲ ਪਿਆਰੀ ਸਾਧ, ਜਿਨ੍ਹਾਂ ਨੇ ਇਸ ਕੌਮ ਨੂੰ ਖਤਮ ਕਰਨ ਦਾ ਚੁੱਕਿਆ, ਉਹਨਾਂ ਦੇ ਤਖਤ ਪਲਟੇ ਗਏ, ਉਹਨਾਂ ਦੀ ਰਾਜਨੀਤਿਕ ਸੱਤਾ ਖਤਮ ਹੋ ਗਈ।
ਸਮਾਂ ਆਉਣ ਦੇ ਨਾਲ ਉਹ ਸਾਰਾ ਕੁਝ ਹੀ ਮਲੀਆ ਮੇਟ ਹੋ ਗਿਆ, ਪਰ ਜਿਹੜੀ ਕੌਮ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਉਹ ਉਵੇਂ ਦੀ ਉਵੇਂ ਹੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਕਾਰਜ ਕਰ ਰਹੀ ਹੈ। ਕਿ ਅਸਲ ਦੇ ਵਿੱਚ ਜਿਹੜੀ ਇਹ ਜੰਗ ਸੀਗੀ ਦੋ ਵਿਚਾਰਧਾਰਾ ਦੀ, ਕਿਉਂਕਿ ਗੁਰੂ ਜਿਸ ਵੇਲੇ ਆਪਣਾ ਇਹ ਸਫ਼ਰ ਆਰੰਭ ਕੀਤਾ ਏ ਪ੍ਰਚਾਰ ਦਾ, ਗੁਰਮਤਿ ਦੇ ਪ੍ਰਚਾਰ ਦਾ ਸਫ਼ਰ ਆਰੰਭ ਕੀਤਾ ਏ, ਉਸ ਵੇਲੇ ਤੋਂ ਹੀ ਸਤਿਗੁਰਾਂ ਜੀ ਦੇ ਵਿਰੋਧ ਵਿੱਚ, ਸਤਿਗੁਰਾਂ ਦੇ ਸਿਧਾਂਤਾਂ ਦੇ ਸੋਧ ਦੇ ਵਿਰੋਧ ਦੇ ਵਿੱਚ ਜਿਹੜੀ ਬ੍ਰਾਹਮਣਵਾਦੀ ਰੀਤੀ ਹੈ ਹਮੇਸ਼ਾ ਹੀ ਵਿਰੋਧ ਵਿੱਚ ਰਹੀ ਹੈ ਤੇ ਹਮੇਸ਼ਾ ਉਹ ਰਹੇਗੀ। 84 ਤੋਂ ਪਹਿਲਾਂ ਦਾ ਸਮਾਂ ਵੀ ਕੁਝ ਐਸਾ ਹੀ ਬਣਿਆ ਕਿ ਜਿਸ ਦੇਸ਼ ਨੂੰ ਆਜ਼ਾਦ ਕਰਵਾਇਆ, ਜਦ ਇਸ ਕੌਮ ਨੇ ਆਪਣੇ ਹੱਕ ਮੰਗੇ ਤੇ ਹੱਕ ਤਾਂ ਕੀ ਦੇਣੇ ਸੀ, ਸਗੋਂ ਇਸ ਕੌਮ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਭੰਡਿਆ ਗਿਆ। ਹੱਕ ਨਹੀਂ ਦਿੱਤੇ ਗਏ, ਅੱਤਵਾਦੀ ਤੇ ਵੱਖਵਾਦੀ ਦੇ ਨਾਵਾਂ ਦੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਵੀ ਹਰ ਇੱਕ ਜਿਹੜੀ ਕੌਮ ਹੈ ਜਾਂ ਘੱਟ ਗਿਣਤੀ ਦੇ ਵਿੱਚ ਹੈ, ਕੋਈ ਵੱਧ ਗਿਣਤੀ ਦੇ ਵਿੱਚ ਹੈ, ਹਰ ਕੌਮ ਸਿੱਖ ਕੌਮ ਦੇ ਖਿਲਾਫ ਹੋ ਸਕੇ ਤੇ ਇਹਨਾਂ ਨੂੰ ਦਬਾਇਆ ਜਾ ਸਕੇ, ਜਾਂ ਤੇ ਇਹ ਗੁਲਾਮ ਬਣ ਕੇ ਰਹਿਣ ਤੇ ਜਾਂ ਫਿਰ ਇਹਨਾਂ ਦਾ ਖੁਰਾ ਖੋਜ ਮਿਟਾਇਆ ਜਾਵੇ। ਅਨੇਕ ਪ੍ਰਕਾਰ ਦੇ ਹੱਥ ਕੰਡੇ ਅਪਣਾਏ ਗਏ। ਮੌਜੂਦਾ ਸਰਕਾਰ ਦੇ ਕੰਨਾਂ ਦੇ ਵਿੱਚ ਇਹ ਬੋਲ ਗੂੰਜਦੇ ਸੀ ਗਾਂਧੀ ਦੇ ਕਿ ਜੇਕਰ ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਨਾ ਦਿੱਤੇ ਤੇ ਇਹ ਕੌਮ ਐਸੀ ਹੈ ਜੋ ਆਪਣੇ ਹੱਕ ਲੈਣੇ ਜਾਣਦੀ ਹੈ। ਤੇ ਇਸੇ ਕਾਰਨ ਮੌਜੂਦਾ ਸਰਕਾਰ ਨੇ ਫਿਰ ਆਖਰ ਤੀਸਰਾ ਘੱਲੂਘਾਰਾ ਕਰਨ ਦੀ ਸਾਜ਼ਿਸ਼ ਘੜੀ, ਪਰ ਐਨ ਮੌਕੇ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੋਚ ਦੇ ਧਾਰਨੀ ਦਸ਼ਮੇਸ਼ ਪਿਤਾ ਜੀ ਦੇ ਸਾਜੇ ਹੋਏ ਖਾਲਸਾਈ ਸੰਤ ਬਾਬਾ ਜਰਨੈਲ ਸਿੰਘ ਜੀ, ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੂੰ 16 ਤਰੀਕ 8ਵਾਂ ਮਹੀਨਾ 1977 ਦੇ ਵਿੱਚ, ਜਿਸ ਵੇਲੇ ਕਿ ਸੰਤ ਕਰਤਾਰ ਸਿੰਘ ਜੀ ਐਕਸੀਡੈਂਟ ਹੋਣ ਕਾਰਨ ਅਕਾਲ ਚਲਾਣਾ ਕਰਦੇ ਨੇ, ਸਾਰੀ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਮਹਾਂਪੁਰਖਾਂ ਨੂੰ ਸੌਂਪੀ ਗਈ ਤੇ 20 ਤਰੀਕ 8ਵਾਂ ਮਹੀਨਾ 1977 ਨੂੰ ਦਮਦਮੀ ਟਕਸਾਲ ਦੀਆਂ ਰਵਾਇਤਾਂ ਦੇ ਅਨੁਸਾਰ ਦਸਤਾਰਬੰਦੀ ਕਰ ਦਿੱਤੀ ਗਈ ਤੇ ਮਹਾਂਪੁਰਖ ਜੋ ਧਾਰਮਿਕ ਮਾਹੌਲ ਦੇ ਵਿੱਚ ਪਲੇ ਸੀ, ਜਿਨ੍ਹਾਂ ਦੇ ਉੱਤੇ ਨਾਮ ਦੀ ਰੰਗਤ ਚੜ੍ਹੀ ਹੋਈ ਸੀ, ਐਸੇ ਮਹਾਂਪੁਰਖ ਜੋ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਧੱਕੇ ਹੋ ਰਹੇ ਸੀ, ਜੋ ਇਹਨਾਂ ਦੇ ਨਾਲ ਹੁਕਮਰਾਨਾਂ ਦੇ ਵੱਲੋਂ ਜੋ ਇਸ ਪ੍ਰਕਾਰ ਦੇ ਨਾਲ ਆਪਣੇ ਸਖਤ ਹੁਕਮ ਚਲਾਏ ਜਾ ਰਹੇ ਸੀਗੇ, ਉਸ ਹੋ ਰਹੇ ਧੱਕੇ ਦੇ ਖਿਲਾਫ ਮਹਾਂਪੁਰਖਾਂ ਨੇ ਆਪਣਾ ਮੋਰਚਾ ਜਿਹੜਾ ਸੀ ਉਹ ਆਰੰਭ ਕਰ ਦਿੱਤਾ। ਇਕੱਲਾ ਸਿੱਖਾਂ ਵਾਸਤੇ ਹੀ ਨਹੀਂ, ਪੰਜਾਬ ਦੇ ਅੰਦਰ ਵਸਦੇ ਹੋਏ ਜਿੰਨੇ ਵੀ ਘੱਟ ਗਿਣਤੀਆਂ ਦੇ ਧਰਮ, ਭਾਵੇਂ ਕੋਈ ਵੱਧ ਗਿਣਤੀ ਦੇ ਵਿੱਚ ਵੀ ਸੀ, ਜੇ ਕਿਸੇ ਨਾਲ ਵੀ ਧੱਕਾ ਹੁੰਦਾ ਸੀ ਮਹਾਂਪੁਰਸ਼ ਉਹਦੇ ਹੱਕ ਵਿੱਚ ਖੜਦੇ ਤੇ ਜ਼ੁਲਮ ਦੇ ਖਿਲਾਫ ਡਟ ਕੇ ਬੋਲਦੇ ਸਨ। ਤੇ ਹੁਣ ਸਰਕਾਰ ਨੇ ਵੇਖ ਲਿਆ ਸੀ ਕਿ ਹੁਣ ਪੇਸ਼ ਨਹੀਂ ਜਾਂਦੀ, ਉਹਨਾਂ ਨੇ ਬੜੇ ਹੱਥ ਕੰਡੇ ਵੀ ਅਪਣਾਏ ਨੇ। ਅਨੇਕ ਢੰਗਾਂ ਦੇ ਨਾਲ ਮਹਾਂਪੁਰਖਾਂ ਨੂੰ ਉਹਨਾਂ ਨੇ ਦੇਖ ਲਿਆ ਸੀ ਕਿ ਜੋ ਇਹ ਬਚਨ ਕਰਦਾ ਹੈ ਪੂਰਾ ਕਰਕੇ ਹੀ ਸਾਹ ਲੈਂਦਾ ਹੈ। ਜਿਵੇਂ ਬਾਣੀ ਦਾ ਬਚਨ ਹੈ ਕਿ ਦਿਲ ਹੋ ਮੁਹੱਬਤ ਜਿਨ ਸੇਈ ਸੱਜਿਆ, ਜਿਨ ਮਨ ਹੋ ਜਿਨ੍ਹਾਂ ਦੇ ਮਨ ਦੀ ਸਥਿਤੀ ਹੋਰ ਹੈ, ਬਾਹਰ ਦੇ ਬੋਲ ਉਹਨਾਂ ਨੂੰ ਸਰਕਾਰ ਦੇ ਵੱਲੋਂ ਖਰੀਦਣਾ ਸੌਖਾ ਹੁੰਦਾ ਹੈ। ਮਾਇਆ ਦੇ ਕੇ, ਲਾਲਚ ਦੇ ਕੇ ਉਹਨਾਂ ਨੂੰ ਖਰੀਦ ਵੀ ਲੈਂਦੀ ਹੈ ਤੇ ਸਰਕਾਰਾਂ ਜਿਹੜੀਆਂ ਜੇਕਰ ਕਿਸੇ ਕੌਮ ਨੂੰ ਦਬਾਉਣਾ ਹੋਵੇ ਤੇ ਉਹਦੇ ਲੀਡਰ ਨੂੰ ਖਰੀਦ ਲੈਂਦੀਆਂ ਨੇ, ਲਾਲਚ ਦੇ ਕੇ, ਐਸ਼ੋ ਇਸ਼ਰਤ ਦੇ। ਤੇ ਮਾਇਆ ਦਾ ਲਾਲਚ ਐਸਾ ਹੈ ਕੱਚੇ ਬੰਦੇ ਨੂੰ ਮੋਹ ਹੀ ਜਾਂਦਾ ਹੈ, ਪਰ ਜਿਸ ਨੇ ਆਪਣਾ ਸਿਰ ਆਪਣੀ ਕੌਮ ਦੇ ਨਾਮ ਕੀਤੇ ਉਸ ਨੂੰ ਕੋਈ ਖਰੀਦ ਨਹੀਂ ਦੇ ਸਕਦਾ, ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਉਹ ਕੌਮ ਦੀ ਸ਼ਖਸੀਅਤ ਨੇ ਜਿਨ੍ਹਾਂ ਨੇ ਅੱਤ ਦੀ ਗਰੀਬੀ ਆਪਣੇ ਘਰ ਦੇ ਵਿੱਚ ਬਾਲ ਉਮਰ ਤੋਂ ਹੀ ਦੇਖੀ ਏ। ਪਰ ਜਿੱਥੇ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਸੀ
ਉੱਥੇ ਨਾਮ ਦੀ ਰੰਗਤ ਹਿਰਦੇ ਨੂੰ ਬੜੀ ਚੜੀ ਹੋਈ ਸੀ। ਬਾਲ ਉਮਰ ਦੇ ਵਿੱਚ ਹੀ 5 ਪਾਠਾਂ ਤੋਂ ਸ਼ੁਰੂ ਹੋਏ ਸ਼੍ਰੀ ਜਪਜੀ ਸਾਹਿਬ ਦਾ ਨਿਤਨੇਮ 101 ਪਾਠਾਂ ਤੇ ਜਾ ਕੇ ਪਹੁੰਚ ਕਰਦਾ ਏ। ਨਿਤ ਦੇ 101 ਪਾਠ ਨੇ 24 ਘੰਟਿਆਂ ਦੇ ਵਿੱਚੋਂ 22 ਘੰਟੇ ਦਾ ਮਹਾਂਪੁਰਖਾਂ ਦਾ ਨਿਤਨੇਮ ਹੈ। ਅੱਜ ਕੋਈ ਥੋੜੀ ਬਹੁਤ ਬੰਦਗੀ ਕਰ ਲਵੇ, ਥੋੜਾ ਬਹੁਤ ਮੋਰਤੇ ਵਿੱਚ ਜਾ ਕੇ ਡਟ ਜਾਵੇ ਤੇ ਅਸੀਂ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਸੰਤਾਂ ਦੀ ਤੁਲਨਾ ਦੇ ਵਿੱਚ ਹੀ ਜੋੜ ਦਿੰਦੇ ਹਾਂ। ਜੀ ਇਹ ਵੀ ਸੰਤਾਂ ਦਾ ਹੀ ਰੂਪ ਨੇ। ਨਹੀਂ ਪਿਆਰਿਓ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਬੰਦਗੀ ਵਿਲੱਖਣ ਹੈ। ਜਿਹੋ ਜਿਹਾ ਕਾਰਨਾਮਾ ਉਹਨਾਂ ਨੇ ਕੌਮ ਦੇ ਵਿੱਚ ਕਰਕੇ ਵਿਖਾਇਆ ਏ, ਜੋ ਕੌਮ ਦੇ ਵਾਸਤੇ ਸੇਵਾ ਉਹਨਾਂ ਨੇ ਕੀਤੀ ਹੈ, ਕੇਵਲ ਉਹਨਾਂ ਦੇ ਹੀ ਹਿੱਸੇ ਆਈ ਏ। ਸੰਤ ਗਿਆਨੀ ਜਰਨੈਲ ਸਿੰਘ ਜੀ, ਤਿੰਨਾਂ ਦਾ ਜੀਵਨ ਬੜਾ ਉਚੇਰਾ ਤੇ ਇੱਥੋਂ ਤੱਕ ਆਰਾਮ ਵੀ ਜੇ ਉਹਨਾਂ ਨੇ ਕਰਨਾ ਹੁੰਦਾ ਸੀ ਨਾ ਤੇ ਰੋਡ ਬਜੜੀ ਇਕੱਠੀ ਕਰ ਲੈਂਦੇ ਸੀ। ਕਿਤੇ ਮੈਨੂੰ ਗਹਿਰੀ ਨੀਂਦ ਨਾ ਆ ਜਾਵੇ ਤੇ ਮੇਰਾ ਸਮਾਂ ਬੰਦਗੀ ਤੋਂ ਅਲੱਗਾ ਨਿਕਲ ਜਾਵੇ। ਬੰਦਗੀ ਦੇ ਵਿੱਚ ਲੀਨ। ਇੱਕ ਵਾਰ ਕਿਸੇ ਨੇ ਸ਼ੰਕਾ ਵੀ ਕਰ ਲਿਆ ਕਿ ਲੋਕ ਤੇ ਕਹਿੰਦੇ ਨੇ ਕਿ ਇਹ ਸੰਤ ਨੇ, ਲੋਕ ਤੇ ਕਹਿੰਦੇ ਕਿ ਇਹ ਬੜੀ ਬੰਦਗੀ ਵਾਲੇ ਨੇ, ਬੜੀ ਕਮਾਈ ਵਾਲੇ ਨੇ। ਤੇ ਜਿਸ ਵੇਲੇ ਰਾਜਨੀਤਿਕ ਪ੍ਰਚਾਰ ਸੁਣਿਆ ਹੈ, ਜਿਸ ਵੇਲੇ ਕਿ ਮਹਾਂਪੁਰਖ ਆਪਣੀ ਕੌਮ ਦੇ ਹੱਕਾਂ ਦੀ ਗੱਲ ਕਰਦੇ ਸੀ ਜਾਂ ਸਰਕਾਰ ਜੋ ਵਧੀਕੀਆਂ ਕਰਦੀ ਉਹਦਾ ਜਵਾਬ ਦੇ ਰਹੇ ਸੀ, ਇਹ ਪ੍ਰਚਾਰ ਵਿਅਕਤੀ ਨੇ ਸੁਣਿਆ ਤੇ ਸ਼ੰਕਾ ਕਰ ਲਿਆ ਕਿ ਲੋਕੀ ਤਾਂ ਕਹਿੰਦੇ ਨੇ ਤੇ ਇੱਕ ਪ੍ਰਕਾਰ ਝਮੇਲਿਆਂ ਦੇ ਵਿੱਚ ਫਸਿਆ ਆਪਸ ਵਿੱਚ ਲੜਾ ਰਿਹਾ ਹੈ। ਸ਼ੰਕਾ ਕਰ ਬੈਠਾ। ਮਹਾਂਪੁਰਖ ਬੰਦਗੀ ਦੇ ਕਰਕੇ ਅਗਲੇ ਦੇ ਹਿਰਦੇ ਦੀ ਜਾਣ ਤੇ ਉਸ ਵੇਲੇ ਮਹਾਂਪੁਰਖਾਂ ਨੇ ਉਹਦੇ ਕੋਲ ਕੁਝ ਘਬਰਾ ਗਿਆ, ਕੁਝ ਕਹਿਣ। ਮਹਾਂਪੁਰਖ ਉਹਨੂੰ ਆਪਣੀ ਛਾਤੀ ਦੇ ਨਾਲ ਤੇ ਛਾਤੀ ਦੇ ਵਿੱਚੋਂ ਹਿਰਦੇ ਤੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਸੀ। ਐਸੀ ਸੀ ਉਹ ਸ਼ਖਸੀਅਤ। ਭਾਵੇਂ ਕਿ ਬਾਹਰੀ ਤੌਰ ਤੇ ਉਹ ਇੱਕ ਲੜ ਰਹੇ ਨੇ ਆਪਣੀ ਕੌਮ ਦੇ ਵਾਸਤੇ, ਗਊ ਗਰੀਬ ਦੀ ਰੱਖਿਆ ਵਾਸਤੇ ਜੰਗ ਲੜ ਰਹੇ ਨੇ, ਪਰ ਅੰਦਰੂਨੀ ਤੌਰ ਤੇ ਇੰਨੀ ਉਹਨਾਂ ਦੀ ਬੰਦਗੀ ਹੈ ਕਿ ਰੰਚਕ ਪਲ ਵਾਸਤੇ ਵੀ ਅਕਾਲ ਦੇ ਸਿਮਰਨ ਤੋਂ ਆਤਮਾ ਨਹੀਂ ਜਾਰੀ ਸੀ। ਸੋ ਐਸੀ ਸੀ ਉਹਨਾਂ ਦੀ ਸ਼ਖਸੀਅਤ। ਅੱਤ ਦੀ ਗਰੀਬੀ ਦੇ ਦਿਨ ਕੱਟੇ ਜਿਸ ਵੇਲੇ 1984 ਦੇ ਵਿੱਚ ਇੰਦਰਾ ਗਾਂਧੀ ਦੇ ਵੱਲੋਂ ਕੀਤੀ ਜਾਂਦੀ, ਤੁਸੀਂ ਮਾਇਆ ਲੈ ਲਓ, ਜੋ ਤੁਸੀਂ ਸਾਨੂੰ ਕਹੋਗੇ ਤੁਹਾਨੂੰ ਉਹੀ ਮੂੰਹ ਮੰਗਿਆ ਇਨਾਮ ਦੇਣ ਲਈ ਤਿਆਰ ਹਾਂ। ਇਸ ਚੀਜ਼ ਤੇ ਹੱਥ ਰੱਖੋਗੇ ਜੋ ਦੇ ਵਾਸਤੇ ਮੰਨਣ ਵਾਸਤੇ ਤਿਆਰ ਹਾਂ। ਪਰ ਇੱਕ ਵਾਰੀ ਸਿੱਖ ਕੌਮ ਦੀ ਅਗਵਾਈ ਕਰਨੀ ਛੱਡ ਦਿਓ, ਹੱਕ ਮੰਗਣੇ ਬੰਦ ਕਰੋ, ਤੁਹਾਨੂੰ ਮੂੰਹ ਮੰਗੇ ਹਾਜ਼ਰ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿਰਪਾ ਕਰੋ। ਜਿੰਨੀ ਦੇਰ ਤੱਕ ਇਹ ਸਿੱਖ ਕੌਮ ਆਜ਼ਾਦ ਨਹੀਂ ਹੋ ਜਾਂਦੀ, ਜਿੰਨੀ ਦੇਰ ਤੱਕ ਅਸੀਂ ਆਪਣਾ ਹੈ ਉਹਨੂੰ ਪ੍ਰਾਪਤ ਨਹੀਂ ਕਰ ਲੈਂਦੇ, ਕਿਰਪਾ ਕਰਿਆ ਜੇ ਕਿ ਮੈਂ ਓਨੀ ਦੇਰ ਤੱਕ ਜਨਮ ਲੈ ਲੈ ਕੇ ਆਉਂਦਾ ਰਵਾਂ ਤੇ ਆਪਣਾ ਸਿਰ ਜਿਹੜਾ ਹੈ ਆਪਣੀ ਕੌਮ ਦੀ ਖਾਤਰ ਦਿੰਦਾ ਰਹਾਂ। ਇਸ ਪ੍ਰਕਾਰ ਦੀ ਸ਼ਖਸੀਅਤ ਦੇ ਤੇ ਇਸ ਪ੍ਰਕਾਰ ਦੀ ਸੋਚ ਦੇ ਧਾਰਨੀ ਸਨ ਸੰਤ ਜਰਨੈਲ ਸਿੰਘ ਜੀ, ਜਿਨ੍ਹਾਂ ਨੂੰ ਸਰਕਾਰਾਂ ਨੇ ਤਾਂ ਅੱਤਵਾਦੀ ਕਹਿਣਾ ਹੀ ਸੀ, ਜਿਨ੍ਹਾਂ ਨੂੰ ਸਰਕਾਰਾਂ ਨੇ ਵਾਂਗੀ ਅਸੀਂ ਇੱਕ ਸੱਚੇ ਸੁੱਚੇ ਲੀਡਰ ਤੋਂ ਹੀਣੇ ਸਾਂ। ਐਸਾ ਸੀ 2 ਜੂਨ 1947 ਦਾ, ਜਿਸ ਵੇਲੇ ਜਿਨਾਹ ਆਪਣਾ ਪਾਕਿਸਤਾਨ ਲੈ ਕੇ ਵੱਖ ਹੋਣੇ ਤੇ ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਕਰ ਦਿੱਤੀਆਂ, ਅੰਗਰੇਜ਼ਾਂ ਨੇ ਇਹ ਗੱਲ ਮੰਨੀ ਕਿ ਜੇਕਰ ਇਹ ਦੇਸ਼ ਆਜ਼ਾਦ ਹੋਇਆ ਏ ਤੇ ਸਿੱਖਾਂ ਦੇ ਕਰਕੇ, ਜੇ ਸਿੱਖ ਆਪਣੀਆਂ ਕੁਰਬਾਨੀਆਂ ਨਾ ਦਿੰਦੇ, ਨਾ ਜੰਗ ਲੜਦੇ, ਸੱਚੇ ਲੀਡਰ ਤੋਂ ਹੀਣੀ ਹੋਣ ਕਰਕੇ ਸਾਡੀ ਕੌਮ ਬਿੱਪਰਵਾਦੀ ਸੋਚ ਦੇ ਮਾਲਕ ਇੱਕ ਕੌਮ ਦੇ ਗੁਲਾਮੀ ਦੀ ਜੰਜੀਰਾਂ ਦੇ ਵਿੱਚ ਜਾ ਕੇ ਜਕੜੀ ਗਈ।
ਤੇ ਉਹ ਜੰਗ ਅਸੀਂ ਹੁਣ ਤੱਕ ਲੜ ਰਹੇ ਹਾਂ, ਉਹ ਦਰਦ ਅਸੀਂ ਹੁਣ ਤੱਕ ਸਹਿ ਰਹੇ ਹਾਂ ਕਿ ਸਾਡੀ ਕੌਮ ਗੁਲਾਮੀ ਦੇ ਵਿੱਚ ਹੈ। 84 ਦੇ ਵਿੱਚ ਵੀ ਮੋਰਚਾ ਚੱਲਿਆ ਪਰ ਪੂਰੀ ਸਭਾ ਨਹੀਂ, ਤੇ ਇਹ ਮੋਰਚਾ ਲਗਾਤਾਰ, ਇਹ ਸੰਘਰਸ਼ ਜਿਹੜਾ ਏ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿ ਸਾਨੂੰ ਆਪਣਾ ਘਰ ਮਿਲ ਨਹੀਂ ਜਾਂਦਾ। ਤੇ ਉਹਦੇ ਵਾਸਤੇ ਜਿੰਨੀ ਮਰਜ਼ੀ ਸ਼ਹਾਦਤਾਂ ਦੇਣੀਆਂ ਪੈਣ, ਕੁਰਬਾਨੀਆਂ ਦੇਣੀਆਂ ਪੈਣ, ਸਾਡੀ ਕੌਮ ਹਮੇਸ਼ਾ ਹੀ ਤਿਆਰ ਬਰ ਤਿਆਰ ਹੈ। ਕਿਉਂਕਿ ਜਿਸ ਵੇਲੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਹੁੰਨੇ ਆ, ਖਾਲਸਾਈ ਬਾਣੇ ਦੇ ਵਿੱਚ ਆਉਂਦੇ ਆ, ਸਾਨੂੰ ਅੰਮ੍ਰਿਤ ਹੀ ਤਦ ਛਕਾਇਆ ਜਾਂਦਾ ਹੈ ਕਿ ਪਹਿਲਾਂ ਇਹ ਵਾਅਦਾ ਲਿਆ ਜਾਂਦਾ ਹੈ ਕਿ ਤੂੰ ਆਪਣਾ ਸਿਰ ਆਪਣੀ ਕੌਮ ਦਾ ਮੰਨਦਾ ਕਿ ਨਹੀਂ। ਜੇਕਰ ਧਰਮ ਦੇ ਉੱਤੇ ਸੰਕਟ ਆਵੇ ਕਿ ਆਪਣੀ ਕੌਮ ਦੀ ਰੱਖਿਆ ਲਈ, ਗਊ ਗਰੀਬ ਦੀ ਰੱਖਿਆ ਲਈ, ਸਿੱਖ ਧਰਮ ਦੇ ਵਾਸਤੇ ਆਪਣੇ ਗੁਰੂ ਦੇ ਖਾਤਰ ਆਪਣਾ ਸਿਰ ਦਵੇਂਗਾ ਕਿ ਨਹੀਂ ਦਵੇਂਗਾ। ਜੇ ਤੇ ਹਾਂ ਕਰਦਾ ਏ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਏ। ਜੇ ਢਿੱਲ ਮੱਠ ਹੋਵੇ ਤੇ ਪੰਜਾਂ ਪਿਆਰਿਆਂ ਵੱਲੋਂ ਬੂਹਾ ਖੋਲ ਦਿੱਤਾ ਜਾਂਦਾ ਹੈ, ਭਾਈ ਬਾਹਰ ਜਾਓ, ਤੁਹਾਡੇ ਵਰਗੇ ਢਿੱਲੇ ਮੱਠਿਆਂ ਦੀ ਇੱਥੇ ਲੋੜ ਕੋਈ ਨਹੀਂ। ਇੱਥੇ ਮਰਜੀਵੜੇ ਚਾਹੀਦੇ ਨੇ, ਇੱਥੇ ਮਰਦ ਚਾਹੀਦੇ ਨੇ, ਇੱਥੇ ਖੁਸਰਿਆਂ ਵਾਸਤੇ ਕੋਈ ਜਗ੍ਹਾ ਹੀ ਨਹੀਂ। ਕਿਉਂਕਿ ਖਾਲਸਾ ਜਾਂ ਤੇ ਬਾਗੀ ਏ ਤੇ ਜਾਂ ਫਿਰ ਬਾਦਸ਼ਾਹ। ਪ੍ਰਾਤਨ ਸਿੱਖ ਇੱਕ ਵਿਚਾਰਧਾਰਾ ਲੈ ਕੇ ਚੱਲਦੇ, ਕਹਿ ਰਾਜ ਹੈ ਕਹਿ ਲੜ ਮਰੈ ਹੈ। ਜਾਂ ਤੇ ਅਸੀਂ ਰਾਜ ਕਰਾਂਗੇ ਤੇ ਜਾਂ ਫਿਰ ਅਸੀਂ ਲੜ ਕੇ ਸ਼ਹੀਦ ਹੋ ਜਾਵਾਂਗੇ। ਸਾਨੂੰ ਗੁਲਾਮੀ ਤੇ ਕਾਇਰਤਾ, ਇਹ ਵਿੱਚ ਵਿਚਾਲੇ ਵਾਲੀ ਖੇਡ ਸਾਥੋਂ ਨਹੀਂ ਖੇਡੀ ਜਾਂਦੀ। ਜਾਂ ਤੇ ਅਸੀਂ ਆਜ਼ਾਦ ਹੋ ਕੇ ਜੀਵਾਂਗੇ ਤੇ ਜਾਂ ਫਿਰ ਜ਼ੁਲਮ ਦੇ ਖਿਲਾਫ ਲੜਦੇ ਹੋਏ ਸ਼ਹੀਦੀ ਜਾਨ ਪੀ ਜਾਵਾਂਗੇ। ਅਸੀਂ ਗੁਲਾਮ ਰਹਿ ਗਏ। ਗੁਲਾਮ ਰਹਿ ਕੇ ਮਾਇਆ ਬੜੀ ਕਮਾਈ ਜਾ ਸਕਦੀ ਹੈ। ਗੁਲਾਮ ਰਹਿ ਕੇ ਮਨ ਭਾਉਂਦੇ ਐਸ਼ੋ ਆਰਾਮ ਜ਼ਰੂਰ ਸਕਦੇ ਨੇ, ਪਰ ਉਹ ਆਪਣਾ ਅਣਖ ਤੇ ਗੈਰਤ ਵਾਲਾ ਜੀਵਨ ਨਹੀਂ ਜੇ ਜੀਵਿਆ ਜਾ ਸਕਦਾ। ਤੇ ਉਹ ਦਰਦ ਅੱਜ ਵੀ ਅਸੀਂ ਆਪਣੇ ਹਿਰਦੇ ਵਿੱਚ ਲੈ ਕੇ ਜੀ ਰਹੇ ਹਾਂ। ਅੱਜ ਲੋੜ ਹੈ ਕਿ ਅਸੀਂ ਆਪਣੇ ਉਸ ਮਾਣ ਮੱਤੇ ਇਤਿਹਾਸ ਨੂੰ ਯਾਦ ਕਰੀਏ, ਉਹਨੂੰ ਆਪਣੇ ਹਿਰਦੇ ਦੇ ਅੰਦਰ ਵਸਾਈਏ। ਉਹ ਇੱਕ ਜਿਹੜਾ ਦਰਦ ਹੈ ਜੂਨ 84 ਦਾ, ਕਿਉਂਕਿ 2 ਜੂਨ ਦਾ ਜਿਹੜਾ ਦਿਨ ਹੈ ਉਸ ਦੇ ਗਾਂਧੀ ਦੇ ਵੱਲੋਂ ਫੌਜ ਨੂੰ ਲੁਕਵੇਂ ਹੁਕਮ ਕੀਤੇ ਗਏ ਸੀ ਕਿ ਦਰਬਾਰ ਸਾਹਿਬ ਦੇ ਆਸੇ-ਪਾਸੇ ਜਾ ਕਰਕੇ ਘੇਰਾਬੰਦੀ ਕੀਤੀ ਜਾਵੇ। 6 ਲੱਖ ਦੇ ਕਰੀਬ ਫੌਜ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਲਾਈ ਗਈ। ਪੂਰਾ ਪੰਜਾਬ ਸੀਲ ਕੀਤਾ ਗਿਆ ਤਾਂ ਕਿ ਜੇਕਰ ਅਸੀਂ ਹਮਲਾ ਕਰੀਏ ਦਰਬਾਰ ਸਾਹਿਬ ਤੇ, ਉਸ ਤੋਂ ਬਾਅਦ ਹਮਲਾ ਤੋਂ ਬਾਅਦ ਬੜੀਆਂ ਗੱਲਾਂ ਪ੍ਰਚਲਿਤ ਹੋਈਆਂ ਜੀ, ਇਹ ਤੇ ਅਚਾਨਕ ਹੋ ਗਿਆ ਜੀ, ਇਹ ਸੰਤ ਜਰਨੈਲ ਸਿੰਘ ਜੀ ਕਰਕੇ ਹੋਇਆ ਕਿਉਂਕਿ ਉੱਥੇ ਮੌਜੂਦ ਸਨ, ਖਾੜਕੂ ਸਿੰਘ ਮੌਜੂਦ ਸਨ। ਖਾੜਕੂ ਨਹੀਂ ਸੀ ਕਹਿੰਦੇ, ਅੱਤਵਾਦੀ ਕਹਿੰਦੇ ਸੀ। ਇਹਨਾਂ ਕੋਲ ਹਥਿਆਰ ਸਨ, ਲਾਂਛਣ ਲਾਏ ਆਪਣੀਆਂ ਕਮਜ਼ੋਰੀਆਂ, ਆਪਣੇ ਪਾਪ ਨੂੰ ਛੁਪਾਉਣ ਵਾਸਤੇ। ਪਰ ਹੁਣ ਸਮਾਂ ਮੀਡੀਏ ਦਾ ਏ ਤੇ ਹੁਣ ਕਿਸੇ ਪ੍ਰਕਾਰ ਦੇ ਨਾਲ ਕਿਸੇ ਤੋਂ ਕੋਈ ਗੱਲ ਛੁਪੀ ਹੋਈ ਨਹੀਂ। ਸਰਕਾਰਾਂ ਦਾ ਝੂਠ ਨੰਗਾ ਹੋ ਚੁੱਕਾ ਹੈ। ਅੱਜ ਹਰ ਇੱਕ ਨੌਜਵਾਨ ਸਰਕਾਰ ਦੀ ਕਰਤੂਤ ਨੂੰ ਭਲੀ ਭਾਂਤ ਜਾਣਦਾ ਹੈ ਕਿ ਇਹਨਾਂ ਨੇ ਸਾਡੀ ਕੌਮ ਨਾਲ ਵਿਸ਼ਵਾਸ ਜਿਹੜਾ ਕੀਤਾ ਏ ਉਸ ਨੂੰ ਕੋਈ ਵੀ ਨੌਜਵਾਨ ਭੁੱਲਿਆ ਹੋਇਆ ਨਹੀਂ। 2 ਜੂਨ ਨੂੰ ਇਹਨਾਂ ਨੇ ਘੇਰਾਬੰਦੀ ਕੀਤੀ ਏ, ਪੰਜਾਬ ਸੀਲ ਕੀਤਾ ਏ, ਬਗਾਵਤ ਨਾ ਹੋ ਸਕੇ। ਤੇ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਫਿਰ CRP ਤੇ BSF ਦੇ ਜਵਾਨ ਉਹਨਾਂ ਨੂੰ ਅੰਦਰ ਭੇਜਿਆ ਹੈ ਕਿ ਤੁਸੀਂ ਹੁਣ ਹੌਲੀ ਹੌਲੀ ਦਸਤੇ ਬਣਾ ਕੇ ਜਾਵੋ ਤੇ ਗੋਲਾਬਾਰੀ ਕਰਨੀ ਸ਼ੁਰੂ ਕਰੋ। ਪਰ ਉਧਰ ਜਿਹੜੇ ਸੰਤ ਜਰਨੈਲ ਸਿੰਘ ਜੀ ਦੇ ਨਾਲ ਮਰਦ ਨੇ, ਜਿਹੜੇ ਸੂਰਮੇ ਨੇ, ਉਹਨਾਂ ਦੀ ਗਿਣਤੀ ਕੇਵਲ ਤੇ ਕੇਵਲ ਇਤਿਹਾਸ ਵਿੱਚ 138 ਦੇ ਕਰੀਬ ਹੈ ਜਿਹੜੇ ਜੰਗ ਲੜਨ ਵਾਲੇ ਸੀ। ਬਾਕੀ ਜਿੰਨੀ ਵੀ ਸੰਗਤ ਸੀ, 5ਵੇਂ ਪਾਤਸ਼ਾਹ ਜੀਆਂ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਮਨਾਇਆ ਜਾਣਾ ਸੀ। ਵੇਖੋ ਇਹ ਸਰਕਾਰ ਦੀ ਗੰਦੀ ਚਾਲ ਕਿ ਇਹਨਾਂ ਨੇ ਜਾਣ ਬੁੱਝ ਕੇ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਇਕੱਠੀ ਕੀਤੀ। ਲੋਕ ਜਾ ਸਕਦੇ ਨੇ, ਜਾਓ, ਕਿਸੇ ਨੂੰ ਕੋਈ ਮਨਾਹੀ ਨਹੀਂ। ਇਹਨਾਂ ਨੂੰ
ਨੂੰ ਉੱਥੇ ਅੰਦਰ ਬੰਦ ਕਰਕੇ ਇਹਨਾਂ ਦੇ ਨਾਲ ਧੱਕਾ ਕੀਤਾ ਜਾਵੇ। ਇੱਥੋਂ ਤੱਕ ਬੀਬੀਆਂ ਦੇ ਬਲਾਤਕਾਰ ਵੀ ਸਰਾਵਾਂ ਦੇ ਵਿੱਚ ਕੀਤੇ ਗਏ। ਗਰਭਵਤੀ ਔਰਤਾਂ ਦੇ ਬੱਚੇ ਪੇਟਾਂ ਦੇ ਵਿੱਚ ਠੁੱਡ ਮਾਰ ਕੇ ਬ੍ਰਸ਼ਟ ਮਾਰ ਕੇ ਇਹਨਾਂ ਨੇ ਬਾਹਰ ਵੀ ਕੱਢੇ ਨੇ। ਐਸਾ ਭਾਰੀ ਜ਼ੁਲਮ ਤੇ ਵਹਿਸ਼ੀਪੁਣਾ ਗੁਰੂ ਘਰ ਦੇ ਵਿੱਚ ਕੀਤਾ ਤੇ ਮੁਗਲ ਹਕੂਮਤ ਨੂੰ ਵੀ ਇਹ ਸਰਕਾਰ ਮਾਤ ਪਾ ਗਈ। ਅਕ੍ਰਿਤ ਘਣਤਾ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਤੇ ਫਿਰ ਇਸ ਪ੍ਰਕਾਰ ਦੇ ਨਾਲ 3 ਜੂਨ ਨੂੰ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਜਿਹੜੀ ਸੰਗਤ ਸੀ, ਉਹ ਧਾਲੂ ਵੱਡੀ ਗਿਣਤੀ ਦੇ ਵਿੱਚ ਕਤਲੇਆਮ ਹੋਇਆ ਹੈ। ਬਹੁਤ ਭਾਰੀ ਵੱਡਾ ਕਤਲੇਆਮ, ਛੋਟੇ ਛੋਟੇ ਬੱਚੇ ਪਰਿਕਰਮਾ ਦੇ ਵਿੱਚ ਭਜਾ ਕੇ ਮਾਰ ਕੇ ਭੁੰਨੇ ਨੇ। ਤੇ ਜਿਹੜੇ 138 ਦੇ ਕਰੀਬ ਜੋ ਲੜਨ ਵਾਲੇ ਸਾਡੇ ਸਿੰਘ ਸੀਗੇ, ਸੂਰਮੇ ਸੀਗੇ, ਵਾਕਈ ਹੀ ਮਰਦ ਮਜ਼ਾਕ, ਉਹਨਾਂ ਨੇ ਫਿਰ ਇਸ ਕੌਮ, ਇਸ ਫੌਜ ਦਾ ਆਉਣ ਵਾਲੀ ਦਾ ਫਿਰ ਯੋਗ ਸਵਾਗਤ ਵੀ ਕੀਤਾ ਹੈ। ਜੇਕਰ ਇਹਨਾਂ ਨੇ ਸਾਡੀ ਕੌਮ ਦੇ ਉੱਪਰ ਧੱਕੇ ਕੀਤੇ, ਤਸ਼ੱਦਦ ਕੀਤਾ ਹੈ ਨਾ, ਤੇ ਇਧਰੋਂ ਫਿਰ ਸੰਤ ਜਰਨੈਲ ਸਿੰਘ ਜੀ ਦੇ ਨਾਲ ਰਹਿਣ ਵਾਲੇ ਜਿਹੜੇ ਸਾਥੀ ਸੀਗੇ, ਉਹਨਾਂ ਨੇ ਵੀ ਕਿਸੇ ਪੱਖੋਂ ਫੌਜ ਨਾਲ ਫਿਰ ਘੱਟ ਨਹੀਂ ਕੀਤੀ। ਚੰਗੇ ਟਰੱਕ ਭਰ ਭਰ ਕੇ ਤੋਰੇ ਹਨ, ਜੋ ਮਹਾਂਪੁਰਖ ਆਪਣੇ ਪ੍ਰਚਾਰ ਦੇ ਵਿੱਚ ਵੀ ਕਿਹਾ ਕਰਦੇ ਸੀ ਕਿ ਜੇਕਰ ਇੱਕ ਵਾਰੀ ਜੇ ਇਹ ਗੁਰੂ ਘਰ ਦੇ ਵਿੱਚ ਹਮਲਾ ਕਰਨ ਵਾਸਤੇ ਆਉਂਦੇ ਨੇ, ਇਹ ਭੈੜੀ ਪੁੱਤਰ ਆਉਣਗੇ, ਪਹਿਲ ਅਸੀਂ ਕਰਦੇ ਨੇ, ਪਰ ਜੇਕਰ ਇਹ ਪਹਿਲ ਕਰਦੇ ਨੇ ਤੇ ਫਿਰ ਟੁਕਵਾਂ ਜਵਾਬ ਖਾਲਸੇ ਨੂੰ ਦੇਣਾ ਆਉਂਦਾ ਹੈ। ਤੇ ਫਿਰ ਐਸੀ ਸੀ ਭਾਈ ਜਨਰਲ ਸੁਬੇਗ ਸਿੰਘ ਜੀ, ਜਿਹੜੇ ਕਿ ਇੱਕ ਸਮੇਂ ਦੇ ਵਿੱਚ ਫੌਜ ਦੇ ਤਜਰਬੇਕਾਰ ਜਰਨੈਲ ਸੀਗੇ, ਪਰ ਉਹਨਾਂ ਨੇ ਪਾਕਿਸਤਾਨ ਦੀ ਫੌਜ ਦੇ ਹਥਿਆਰ ਸਟਵਾ ਦਿੱਤੇ। ਬੰਗਲਾਦੇਸ਼ ਦੀ ਵੱਖਰੀ ਹੋਂਦ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਜਿਸ ਹੋਰ ਕੋਈ ਨਹੀਂ ਸੀ ਕਰ ਸਕਦਾ। ਨਾਤੇ ਸਰਕਾਰਾਂ ਦੇ ਵੱਲੋਂ ਧੱਕੇ ਕੀਤੇ ਗਏ, ਸਜ਼ਾਵਾਂ ਦਿੱਤੀਆਂ ਗਈਆਂ, ਜਿਸ ਕਰਕੇ ਮਨ ਉਚਾਟ ਹੋਇਆ। ਤੇ ਫਿਰ 20ਵੀਂ ਸਦੀ ਦੇ ਮਹਾਨ ਜਰਨੈਲ ਦੇ ਨਾਲ ਜਿਸ ਵੇਲੇ ਮਿਲਾਪ ਹੋਇਆ ਹੈ, ਤੇ ਭਾਈ ਜਨਰਲ ਸੁਬੇਗ ਸਿੰਘ ਸੱਜੀ ਬਾਂਹ ਦੇ ਰੂਪ ਦੇ ਵਿੱਚ ਸੰਤਾਂ ਦੇ ਨਾਲ ਉੱਭਰ ਕੇ ਆਏ ਨੇ। ਤੇ ਬਣਦੀਆਂ ਯੋਗਦਾਵਾਂ ਜਿੰਨੀ ਆਪਣੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਜੋ ਮੋਰਚਾਬੰਦੀ ਕਰਨੀ ਸੀ, ਉਹਦਾ ਸਾਰਾ ਜਿਹੜਾ ਜਿੰਮਾ ਹੈ ਉਹ ਭਾਈ ਜਨਰਲ ਦੇ ਹਿੱਸੇ ਆਇਆ। ਸਾਰਿਆਂ ਸਿੰਘਾਂ ਨੂੰ ਮੋਰਚਿਆਂ ਦੇ ਉੱਤੇ ਬਿਠਾਉਣਾ, ਹਥਿਆਰਾਂ ਦੀ ਸਪਲਾਈ ਕਰਾਉਣੀ, ਇਹ ਸਾਰਾ ਜਿਹੜੀ ਯੋਜਨਾਬੰਦੀ ਸੀ ਭਾਈ ਜਨਰਲ ਸੁਬੇਗ ਸਿੰਘ ਦੀ ਹੀ। ਬਰਾੜ ਜਿਹੜਾ ਫੌਜ ਲੈ ਕੇ ਆਇਆ ਹੋਇਆ ਸੀ, ਉਹ ਕਹਿੰਦਾ ਹੈ, ਆਪਣੀ ਕਿਤਾਬ ਦੇ ਵਿੱਚ ਇਹ ਗੱਲ ਲਿਖਦਾ ਹੈ ਕਿ ਮੈਨੂੰ ਅੰਦਰੋਂ ਖਾਤੇ ਇਹ ਡਰ ਸਤਾ ਰਿਹਾ ਸੀ ਕਿ ਜਿਹੜਾ ਮੇਰਾ ਉਸਤਾਦ ਹੈ ਨਾ, ਉਹ ਜਨਰਲ ਸੁਬੇਗ ਸਿੰਘ ਸੀ। ਸਾਰੀ ਟ੍ਰੇਨਿੰਗ ਲਈ ਹੋਈ ਸੀ, ਮੈਨੂੰ ਡਰ ਸੀ ਕਿ ਅਸੀਂ ਇਹਨਾਂ ਦੇ ਕੋਲੋਂ ਹਾਰ ਜਾਵਾਂਗੇ। ਕਿਉਂਕਿ ਇਹ ਐਸਾ ਜਰਨੈਲ ਸੀਗਾ ਕਿ ਜਿਹਦੇ ਸਮਾਂ ਪੈਣ ਤੇ ਝੂਠੀ ਹੋ ਗਈ। ਇਹ ਫੌਜ ਨੀਵੇਂ ਥਾਂ ਤੋਂ ਆਉਂਦੀ ਹੈ, ਪ੍ਰਕਰਮਾਂ ਦੇ ਵਿੱਚ ਦਾਖਲ ਹੁੰਦੀ ਹੈ, ਤੇ ਇਧਰੋਂ ਸਿੰਘ ਅਦਵਾਰ ਕਰਦੇ ਨੇ ਗੋਲੀਆਂ ਦੇ ਨਾਲ, ਹਥਿਆਰਾਂ ਦੇ ਨਾਲ, ਮਸ਼ੀਨ ਗੰਨਾਂ ਦੇ ਨਾਲ ਗੋਲੀਆਂ ਵਰਾਉਂਦੇ ਨੇ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈ ਹੋਈ ਫੌਜ ਢਹਿ ਢੇਰੀ ਹੋ ਜਾਂਦੀ ਹੈ। ਜਨਰਲ ਬਰਾੜ, ਕੁਲਦੀਪ ਬਰਾੜ ਜਿਹੜਾ ਹੈ, ਉਹ ਲਿਖਦਾ ਹੈ, ਅਸੀਂ ਸੋਚਿਆ ਸੀ ਅਸੀਂ ਪਹਿਲੇ 2 ਘੰਟਿਆਂ ਦੇ ਵਿੱਚ ਹਮਲਾ ਕਰ ਦੇਣਾ ਹੈ, ਤੇ ਅਗਲੇ 5 ਘੰਟਿਆਂ ਦੇ ਵਿੱਚ ਪੂਰੇ ਦਰਬਾਰ ਸਾਹਿਬ ਤੇ ਕਾਬਜ਼ ਹੋ ਜਾਣਾ ਹੈ, ਤੇ ਸੰਤ ਜਰਨੈਲ ਸਿੰਘ ਜੀ ਨੂੰ ਅਸੀਂ ਮ੍ਰਿਤਕ ਰੂਪ ਦੇ ਵਿੱਚ ਜਾਂ ਜਿੰਦਾ ਰੂਪ ਦੇ ਵਿੱਚ ਸਪੈਸ਼ਲ ਜਹਾਜ਼ ਦੇ ਰਾਹੀਂ ਬੀਬੀ ਇੰਦਰਾ ਦੇ ਕੋਲ ਪਹੁੰਚਾਵਾਂਗੇ। ਉਹਨਾਂ ਦੀ ਇਹ ਸੋਚ ਸੀ। ਪਰ ਕਹਿੰਦਾ ਮੈਂ ਹੈਰਾਨ ਰਹਿ ਗਿਆ, ਅਸੀਂ ਥੱਕ ਹਾਰ ਗਏ, ਸਰੀਰ ਸਾਡੇ ਪੂਰੇ ਥਕਾਵਟ ਦੇ ਨਾਲ ਟੁੱਟ ਗਏ, ਇੱਥੋਂ ਤੱਕ ਕਿ ਸਾਡੇ ਜਿਹੜੇ ਜਵਾਨ ਸੀਗੇ ਉਹਨਾਂ ਦਾ ਵੀ ਹੌਸਲਾ ਟੁੱਟ ਗਿਆ। ਕਮਾਂਡੋ ਜਿਹੜੇ ਉੱਚ ਪੱਧਰ ਦੀ ਸਿਖਲਾਈ ਵਾਲੇ ਜਵਾਨ ਮੰਨੇ ਜਾਂਦੇ ਨੇ, ਜਦ ਕੋਈ ਮੋਰਚਾ ਫਤਿਹ ਨਾ ਹੋਵੇ ਤੇ ਉਹ ਕਮਾਂਡੋ ਨੂੰ ਬੁਲਾਇਆ ਕਰਦੇ ਨੇ। ਫੌਜ ਕਮਾਂਡੋਆਂ ਦੀ ਸਹਾਇਤਾ ਲੈਂਦੀ ਕਿ ਹੁਣ ਤੁਸੀਂ ਅੱਗੇ ਲੱਗੋ। ਕਹਿਣ ਲੱਗੇ ਸਾਡੇ ਕਮਾਂਡੋ ਵੀ ਇਹਨਾਂ ਨੇ ਤਬਾਹ ਕਰਕੇ ਰੱਖ ਦਿੱਤੇ। ਕੋਈ ਵੀ ਕਮਾਂਡੋ 5 ਤਰੀਕ ਤੱਕ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੀ ਨਹੀਂ ਹੋ ਸਕਿਆ।
ਇੰਨੀ ਸਖਤ ਮੋਰਚਾਬੰਦੀ ਸਿੰਘਾਂ ਦੀ ਕੀਤੀ ਹੋਈ ਸੀ, ਭਾਵੇਂ ਕਿ ਉਹਨਾਂ ਨੂੰ ਸ਼ਸਤਰਾਂ ਦਾ ਅਭਾਵ ਸੀ, ਕਿ ਸਾਡੇ ਵਰਗੀ ਟ੍ਰੇਨਿੰਗ ਉਹਨਾਂ ਦੇ ਵਿੱਚ ਨਹੀਂ ਸੀ, ਕਿਉਂਕਿ ਉਹਨਾਂ ਨੇ ਕਿਹੜਾ ਕਿਸੇ ਪ੍ਰਕਾਰ ਦੇ ਨਾਲ ਜਾ ਕੇ ਤੇ ਫੌਜ ਵਿੱਚ ਸਿਖਲਾਈ ਲਈ ਸੀ ਉਹਨਾਂ ਦੇ ਕੋਲ, ਪਰ ਉਹਨਾਂ ਦੇ ਅੰਦਰ ਜਜ਼ਬਾ ਸੀ ਆਪਣੇ ਗੁਰੂ ਦੀ ਰੱਖਿਆ, ਗੁਰਧਾਮ ਦੀ ਰੱਖਿਆ ਲਈ ਤੇ ਆਪਣੀ ਅਣਖ ਤੇ ਗੈਰਤ ਉੱਤੇ ਹੋ ਰਹੇ ਹਮਲੇ ਤੋਂ ਸੁਰੱਖਿਆ ਕਰਨ ਵਾਸਤੇ ਘਰ ਵਿੱਚ ਆਏ ਹੋਇਆ ਦੁਸ਼ਮਣ ਹੈ ਉਹਦਾ ਮੂੰਹ ਭੰਨਵਾਂ ਜਵਾਬ ਦੇਣ ਵਾਲਾ ਜਜ਼ਬਾ ਜਿਹੜਾ ਸੀਗਾ ਉਹ ਹਰ ਇੱਕ ਸਿੰਘ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਤੇ ਕਹਿੰਦੇ ਇੱਥੋਂ ਤੱਕ ਸਾਨੂੰ ਆਵਾਜ਼ਾਂ ਆਉਂਦੀਆਂ ਸੀ, ਸਿੰਘ ਐਸ ਲਲਕਾਰੇ ਮਾਰਦੇ ਸੀਗੇ ਕਿ ਮੈਂ ਸੰਤ ਜਰਨੈਲ ਸਿੰਘ ਜੀ ਤੋਂ ਪਹਿਲਾਂ ਸ਼ਹੀਦ ਹੋਣਾ ਹੈ। ਦੂਸਰਾ ਆਵਾਜ਼ ਲਾਉਂਦਾ ਸੀ ਕਿ ਮੈਨੂੰ ਪਹਿਲਾਂ ਸ਼ਹੀਦ ਹੋਣ ਦਿਓ। ਤੇ ਇੱਕ ਤੋਂ ਇੱਕ ਵੱਧ ਕੇ ਮੋਢੇ ਚਾੜ ਕੇ ਅੱਗੇ ਆਉਂਦੇ ਸੀ ਤੇ ਅਸੀਂ ਹੈਰਾਨ ਹੋ ਜਾਂਦੇ ਸੀ ਕਿ ਸਾਡੇ ਜਵਾਨ ਡਰ ਕੇ ਪਿੱਠਾਂ ਦੇ ਰਹੇ ਨੇ, ਉਹ ਡਰ ਚੁੱਕੇ ਨੇ ਕਿ ਸਾਡਾ ਇੰਨੀ ਭਾਰੀ ਗਿਣਤੀ 'ਚ ਨੁਕਸਾਨ ਇਹਨਾਂ ਹਰੇ ਦੇਸ਼ਾਂ ਸਾਡਾ ਮਜ਼ਾਕ ਉਡਾ ਰਹੀਆਂ ਨੇ ਕਿ ਤੁਹਾਡੇ ਕੋਲੋਂ ਚੰਦ ਬੰਦੇ ਸਾਂਭੇ ਨਹੀਂ ਜਾ ਰਹੇ ਤੇ ਤੁਸੀਂ ਕਿਸੇ ਮੁਲਕ ਤੇ ਰਾਜ ਕੀ ਕਰਨਾ ਹੈ। ਸਾਨੂੰ ਨਿੱਤ ਪ੍ਰਤੀ ਉੱਪਰੋਂ ਜ਼ੋਰ ਪਾਇਆ ਜਾ ਰਿਹਾ ਸੀ, ਦਬਾਅ ਪਾਇਆ ਜਾ ਰਿਹਾ ਸੀ, ਸਾਡੀ ਬੇਇੱਜ਼ਤੀ ਬਾਹਰਲੇ ਮੁਲਕਾਂ ਤੱਕ ਹੋ ਰਹੀ ਸੀ। ਤੇ ਇੱਥੋਂ ਤੱਕ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਇੰਦਰਾ ਗਾਂਧੀ ਨੂੰ ਵੀ ਸਲਾਹਾਂ ਦੇ ਕਿ ਜੋ ਮਤੇ ਨੇ, ਜੋ ਉਹਨਾਂ ਦੀਆਂ ਮੰਗਾਂ ਨੇ, ਹੱਕ ਨੇ, ਉਹ ਪੂਰੇ ਕਰ ਦਿੱਤੇ ਜਾਣ, ਕਿਉਂਕਿ ਇਹ ਕੌਮ ਉਹ ਹੈ ਜਿਨ੍ਹਾਂ ਨੂੰ ਕੋਈ ਦਬਾ ਨਹੀਂ ਸਕਦਾ। ਤੁਹਾਡਾ ਇੰਨਾ ਭਾਰੀ ਗਿਣਤੀ ਵਿੱਚ ਨੁਕਸਾਨ ਜੇ 150 ਬੰਦਾ ਕਰ ਸਕਦਾ ਏ ਤੇ ਜੇ ਇਹ ਸਾਰੀ ਹੀ ਕੌਮ ਮਿਲ ਕੇ ਇਕੱਠੀ ਹੋ ਜਾਵੇ ਤਖਤਾ ਪਲਟ ਕੇ ਰੱਖ ਦੇਵੇਗੀ। ਇਸ ਕਰਕੇ ਜ਼ਰੂਰੀ ਇਹ ਹੈ ਕਿ ਤੁਸੀਂ ਇਹਨਾਂ ਨੂੰ ਬਣਦੇ ਹੱਕ ਦੇ ਦਿਓ। ਪਰ ਉਹ ਲਿਖਦਾ ਹੈ ਕਿ ਸਾਡੀ ਇੰਦਰਾ ਗਾਂਧੀ ਜਿਹੜੀ ਸੀ ਉਹ ਹੱਕ ਦੇਣ ਵਾਸਤੇ ਤਿਆਰ ਨਹੀਂ ਸੀ। ਉਹਨੇ ਕਿਹਾ ਜੋ ਵੀ ਸ਼ਕਤੀ ਵਰਤੀ ਜਾਵੇ ਵਰਤੋ, ਜੋ ਵੀ ਤੁਸੀਂ ਕਰ ਸਕਦੇ ਹੋ ਕਰੋ, ਪਰ ਮੈਨੂੰ ਕਿਸੇ ਵੀ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਮੁਰਦਾ ਰੂਪ ਦੇ ਵਿੱਚ ਜਾਂ ਜਿੰਦਾ ਰੂਪ ਦੇ ਵਿੱਚ ਮੇਰੇ ਪੈਰਾਂ ਦੇ ਵਿੱਚ ਚਾਹੀਦੇ ਨੇ। ਇਹ ਉਹਨਾਂ ਦੀ ਗੰਦੀ ਸੋਚ ਸੀ। ਫਿਰ ਆਖਰ KS ਬਰਾੜ ਲਿਖਦਾ ਹੈ ਕਿ ਅਸੀਂ 2 ਤੋਂ 5 ਤਰੀਕ ਤੱਕ ਇੰਤਜ਼ਾਰ ਕੀਤਾ ਹੈ। ਜਵਾਨ ਭੇਜੇ ਨੇ ਦਸਤਿਆਂ ਦੇ ਰੂਪ ਦੇ ਵਿੱਚ, ਇੱਥੋਂ ਤੱਕ ਕਿ ਅਸੀਂ ਆਪਣੇ ਬੁਲਟ ਪ੍ਰੂਫ ਜਿਹੜੇ ਫੌਜੀ ਜਵਾਨ ਸੀਗੇ ਜਿਨ੍ਹਾਂ ਉੱਪਰ ਗੋਲੀ ਅਸਰ ਭੇਜੇ ਨੇ ਉਹ ਵੀ ਅਸਫਲ ਹੋ ਗਏ, ਮੌਤ ਦੇ ਘਾਟ ਦੇ ਵਿੱਚ ਜਾ ਕੇ ਡਿੱਗ ਪਏ। ਤੇ ਫਿਰ 6 ਤਰੀਕ ਨੂੰ ਉੱਪਰੋਂ ਸਾਨੂੰ ਹੁਕਮ ਆਏ ਤੇ ਅਸੀਂ ਟੈਂਕ ਪ੍ਰਕਰਮਾਂ ਦੇ ਵਿੱਚ ਵਾੜ ਦਿੱਤੇ। ਟੈਂਕ ਵਾੜੇ ਨੇ, ASI ਗੱਡੀਆਂ ਉਹਨਾਂ ਨੂੰ ਵਾੜਿਆ ਗਿਆ ਹੈ ਤੇ ਉਹਨਾਂ ਦੇ ਰਾਹੀਂ ਪ੍ਰਕਰਮਾਂ ਦੇ ਵਿੱਚ ਸਖਤ ਮੋਰਚਾ ਬਣਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੋਲੇ ਦਾਗ ਦਿੱਤੇ ਤੋਪਾਂ ਦੇ ਰਾਹੀਂ। ਇਸ ਕਰਕੇ ਸਾਰਾ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ। ਜਿਹੜੇ ਸਿੰਘ ਅੰਦਰ ਬੈਠ ਕਰਕੇ ਸਾਰਾ ਮੋਰਚਾ ਸੰਭਾਲ ਰਹੇ ਸੀ ਉਹ ਵੀ ਸ਼ਹੀਦੀ ਜਾਮ ਪੀ ਗਏ। ਤੇ ਇਸ ਪ੍ਰਕਾਰ ਦੇ ਨਾਲ ਸੀਗੀ ਉਹਨਾਂ ਦੇ ਉੱਪਰ ਵੀ ਅਨੇਕ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ। ਉਹਨਾਂ ਦੇ ਸਿਰਾਂ ਤੋਂ ਦਸਤਾਰਾਂ ਲਾ ਕੇ, ਕਕਾਰ ਲਾ ਕੇ ਪੈਰਾਂ ਦੇ ਵਿੱਚ ਰੋਲੇ ਗਏ। ਬੀਬੀਆਂ ਦੀਆਂ ਇੱਜ਼ਤਾਂ ਰੋਲ ਦਿੱਤੀਆਂ ਗਈਆਂ, ਬੱਚਿਆਂ ਨੂੰ ਬਖਸ਼ਿਆ ਨਹੀਂ ਗਿਆ, ਛੋਟੀਆਂ ਛੋਟੀਆਂ ਉਮਰ ਦੀਆਂ ਧੀਆਂ ਵੀ ਨਹੀਂ ਬਖਸ਼ੀਆਂ ਗਈਆਂ। ਬਹੁਤ ਭਾਰੀ ਤਸ਼ੱਦਦ ਕੌਮ ਦੇ ਉੱਤੇ ਕੀਤਾ ਗਿਆ। ਉਹਦਾ ਕਾਰਨ ਸੀ ਕਿਉਂਕਿ ਉਹਨਾਂ ਦੇ ਦਾ ਬੜਾ ਹੋਇਆ ਸੀ ਕਿ 150 ਬੰਦੇ ਨੇ ਸਾਡਾ ਇੰਨਾ ਨੁਕਸਾਨ ਕਰ ਦਿੱਤਾ। KS ਬਰਾੜ ਇਹ ਵੀ ਲਿਖਦਾ ਹੈ ਕਿ ਸੰਤ ਜਰਨੈਲ ਸਿੰਘ ਨੇ ਸਾਡਾ ਇੰਨਾ ਨੁਕਸਾਨ ਕੀਤਾ ਕਿ 100 ਸਾਲਾਂ ਦੇ ਵਿੱਚ ਵੀ ਪੂਰਾ ਨਹੀਂ ਹੋ ਸਕਦਾ। ਸਾਡੀ ਫੌਜ ਦਾ ਨੁਕਸਾਨ ਜੋ ਚਲਾ ਗਿਆ। ਉਹ ਤੇ ਆਪਣੇ ਤੌਰ ਤੇ ਲਿਖਦਾ ਹੈ, ਪਰ ਉਹ ਨਹੀਂ ਸੀ ਜਾਣਦਾ ਕਿ ਇਹ ਖਾਲਸਾਈ ਰਹੋ ਰੀਤਾਂ ਮੁੱਢ ਕਦੀਮੋਂ ਹੀ ਚਲਦੀਆਂ ਆਈਆਂ ਨੇ ਤੇ ਇਸ ਪ੍ਰਕਾਰ ਦੇ ਨਾਲ ਦੁਨੀਆ ਤੱਕ ਸਿੱਖ ਇੱਦਾਂ ਹੀ ਕਰਨਗੇ ਕਿ ਜੇਕਰ ਮੌਜੂਦਾ ਸਰਕਾਰਾਂ ਜੇ ਕਿਸੇ ਪ੍ਰਕਾਰ ਦੇ ਨਾਲ ਧੱਕਾ ਕਰਦੀਆਂ ਨੇ, ਸਾਡੇ ਗੁਰੂ ਘਰਾਂ ਤੇ ਹਮਲੇ ਕਰਦੀਆਂ ਨੇ, ਸਾਡੀ ਪਹਿਚਾਣ ਤੇ ਕਰਦੀਆਂ ਨੇ, ਆਪ ਸਾਨੂੰ ਢੁਕਵੇਂ ਰੂਪ ਦੇ ਵਿੱਚ ਫਿਰ ਦੇਣਾ ਆਉਂਦਾ ਹੈ।
आप तो असा ने मरना ही है, आप तो गुरु की रखिया वास्ते शहीदी जाम पीना ही है, पर जिहड़ा दुश्मन है उन्होंने भी जिंदा छड्डण वाले नहीं। तो इदा ही होया जिसने ये सारा कांड करवाया, जिहड़ी इस घल्लूघारे की दोषी सी इंदिरा गांधी। कुछ दिनों तो बाद ही भाई सतवंत सिंह ते भाई बेअंत सिंह ने उसनूं सोता ला ही दिता। गुरु क्या लाला ने, जिन्होंने गुरु गोबिंद सिंह महाराज ने अंदरूनी ज्ञान बख्शिया, जिन्होंने अंदरूनी तौर पर एक सूरमताई बख्शी, तुसीं तकड़े हो ते जा करके इंदिरा गांधी नूं सोधा ला दिओ। इस पापण ने इहदे करके ही गुरु घर दे उत्ते हमला होया है ते आखिर सोधी ही गई, जिंदा तां ओह भी नहीं बची। ਜਿਹੜੇ शहीद हो गए अज असीं उन्हां दी याद अंदर बाणी पढ़ रहे हैं, पाठ करते हैं, उन्होंने याद करते, उन्हों की याद अंदर नतमस्तक हो रहे हैं, उन्हों की अज जय जयकार है। पर जिन्हों ने गुरु घरां ते हमला किया उन्होंने लाणतां ही पै रहीआं ते पैंदियां ही रहणगीआं। जनरल वैद्या जिहड़ा सारी फौज का मुखी सी, जिंदा वो भी नहीं रहा, वो भी चढ़ाई करके आया सी गुरधाम दे उत्ते। ते भाई सुखदेव सिंह सुखा, भाई हरजिंदर सिंह जी जिंदा, जिंदा तां उन्हां ने वो पापी नूं भी नहीं छड्डिया। शहीदी जाम ते आप भी पीते ने, पर दुश्मन नूं रहण नहीं दिता। सी कि इन्हां नूं ऐसा सबक सिखाया जावे ये कौम नूं, ताकि आउण वाले समय दे विच कोई बागी ना हो सके। पर इधर ਸਿੰਘਾਂ ने सूरमिया ने भी वो कारनामे करके विखाए कि कोई भी आने वाले समय दे साडे गुरु घर दे वल, साडी कौम दे वल उच्ची निगाह करके ना वेख सके, कोई जुल्म करन दी सोच ना सके। इन्हां नूं पहलां पता लग जावे, जिन्ने पाप करन बारे सोचिया है ਸਿੰਘਾਂ ने उन्हां दे तख्ते पलट दिते ने ते पलट के रहणगे। जिहड़ा आउण वाला विच भी जे वधीकी करेगा जिंदा उन्होंने भी नहीं छड्डांगे। सो प्यारी साध संगत जी, ये साडा माण मता इतिहास है, बहुत लमेरा है, पर यह तो आप जी दे चरनां विच सूक्ष्म रूप दे विच ही बेनतियां ने। इन्ना लमेरा इतिहास है ते इन्नियां लमेरियां हन साडियां शहीदियां। बहुत सारे सूरम गति नूं प्राप्त करने वाले सूरमे सिर लथ, क्योंकि 84 का घल्लूघारा हो जाने तो बाद भी पूरा एक दहाका बेदोष शरेआम कतलो गारत भी जारी रही है। समय समय के नाल सूरमे उठे ने ते उन्होंने पापियां नूं फिर नत्थ भी पाई है। ते सारा इस प्रकार दे नाल उस संघर्ष जो 84 दे विच 47 तो ही एक प्रकार दे नाल 1950 की असैंबली दे विच जिस वेले सिख नुमाइंदियां ने भारत देश का संविधान पढ़िया है, उहदे अंदर वो मंगा वो हक जायज़ नहीं किए गए कि जिहड़े ਸਿੰਘਾਂ दे नाल सिख कौम दे नाल वादे किए गए सी उन्हां भरोसिਆਂ नूं तोड़िया गया। उस वेले तो संघर्ष जारी होया ते अज तक ये संघर्ष जारी है। ते जिन्नी देर तक असीं अपना आज़ादी नूं प्राप्त नहीं कर लेंदे उन्नी देर तक साडा ये संघर्ष जारी ही रहेगा। सो साडा ये अज फर्ज बनता है प्यारिओ, क्योंकि जेकर असी गल करिए ना नस्ल कुशी की कि 84 दे विच घल्लूघारा हो गया जां जी वड्डा घल्लूघारा है, छोटा घल्लूघारा है, मीर मन्नू ने जुल्म कीते, अहमद शाह बदाली ने कीते, औरंगजेब ने कीते, जकरिया खान ने कीते, उन्होंने जो करना सी कीता। पर अज भी वो काम लगातार जारी है। पर किहड़े रूप दे विच? उस वेले सिर वड्डे जांदे सी, उस वेले सानू तसीहे दिते जांदा सी कि अपना धर्म छड्ड देवण, अपने धर्म तो आगी हो जान, डर के घरां दे विच बिल्लियां बन के बह जाण। पर कौम नहीं बैठी, क्योंकि बैठण वाली है ही नहीं, मरना जानदी है। पर अज देखो किस रूप दे विच साडे ते हमले हो रहे ने। साडी नौजवानी नूं नशियां दे विच ला के गर्क कीता जा रहा है। जिथे पहलां साडे वीर नशे करते सी, हुण भैणां ने भी करने शुरू कर दिते। आ साडियां भैणां दा लिबास वेखो, किथे गुरु साहिब जी ने सानू पहरावा बख्शिया, तेरे तेरा लिबास
ऐसा होवे कि सिर तो लै करके पैरों तक तेरा शरीर ढकिया होना चाहिए, ताकि तेनू देख करके किसी के मन दे विच वकार नहीं उपजना चाहिए। तेरे सिर ते सोहनी दस्तार होवे, तेरे गल दे विच गातरा होवे, कृपान होवे, ताकि तू अपनी भी इज्जत की रखिया करें। जेकर किसी धक्का हुंदा है ना तां तू ओदी भी रखिया कर सके। पर अज साडियां भैणां वो सारा कुछ भुल भुला के, जो मोबाइल है हर एक बच्चे भैन दे कोल भी है ते वीर दे कोल भी है, हर कोई बंदा मोबाइल की वरतों करता है। माड़ा नहीं, पर इहदी वरतों माड़ी है। अज टिकटॉक ये उत्ते तुसीं सारे ही वेखदे हो, सिरां दे उपर दस्तारां ने, वेखण नूं प्रतीत हुंदा है गुरु गोबिंद सिंह महाराज जी दीआं बच्चियां ने, पर काम किहो जिहे ने, कंजरां वाले काम किहो जिहे ने, वेसवावां वाले नाच गाना करना, गंदे गंदे ढंग दे नाल अपने शरीर की प्रदर्शनी करनी। कि ये गुरु गोबिंद सिंह महाराज जी बच्ची का काम है कि इस तरीके नाल असीं महाराज सिर उच्चा कर रहे हैं, जां फिर उन्हां दे नां ते असीं लाणतां खट रहे हैं। लोग की सोचते ने साडे बारे, तुहानूं तुहाडे गुरु ने ये सिखाया है। आम लोग पता की सोचते हैं, वो कहते हैं कि वेखो जी अमृतधारी भी इदां दे काम करते हैं, इदां ही पता कि इन्हें तो अमृत तो छकिया, एक कार तो पाए ने, पर सोच हिरदे च नहीं वसी। दा सिख वो है जिन्ने बाहरी पहरावा भी पाया है, जिदा जीओ निर्मल है ते बाहरों भी निर्मल है, जो अंदरों बाहरों सत दे पैर, जिन्ने साई रहो रीतां नूं हिरदे विच वसाया है, वो ही गुरु महाराज जी का सिख है। भावें वो मर्द है ते है, उन्नी देर तक गुरु महाराज की खुशियां नहीं जे असीं लै सकते। साडे सिंघां ने साडे खातर जिस समय तो ये कौम होंद अपनी होंद नूं बरकरार रखण वास्ते बेअंत शहीदियां होईयां ने, बेअंत कुर्बानियां होईयां ने, जिथे सिंघां ने शहीदी जाम पीते ने, बीबियां भी किसी पक्षों घट नहीं जे रहीआं। वो मावां भी बड़ियां अहम योगदान उन्होंने जंगां दे दौरान पाया है। जेकर असी रीस करनी है ना, असी पेंटा जिन्ना वालियां दी नहीं करनी, जड़ियां पेंटा जिन्ना पा के अपने शरीर का प्रदर्शन करके ते चंद कमेंटा के बदले, चंद पैसियां के बदले अपनी इज्जत नूं तार तार कर रही ने। ना तो उन्होंने माता पिता किसी शहर के विच रहन वाले होण, किसी भी इलाके च रहन वाले होण, अपनी बच्ची करके सिर उच्चा करके नहीं जे जी सकते। की उन्हां दी इज्जत है जिहड़ी नित मोबाइल के उत्ते बैठ कर ना तो वह भरा सिर उच्चा करके जी सकता जे, ना माता पिता भी विचर सकते ने, ना किसी को सिक्ख्या ही दे सकते हैं कि अपना घर नहीं चंगा, किसी को सिक्ख्या की देवांगे। पर अज सानू लोड़ है कि असीं अपने शहीदां नूं याद करना है, उन्हां दे इतिहास नूं पढ़ना है ते उन्हां दे ते चलना, ये सब तो वड्डी गल है। ते जेकर अज असीं सरकार ते अगे चाहुंदी है कि नौजवान पीढ़ी जिहड़ी है इहदी मानसिकता नूं असी बलवान हो करके ते अपने हक ना मंग सकीए, सगों असी विपरवाद की सोच उत्थे ही सीमित होकर रह जाइए, गुलामी नूं ही अपना जीवन मन के बैठ जाइए। ये ते सरकार अगे ही चाहुंदी है, ताही तां नशे वाड़े गए ने, ताही तां साडे विच ये टीवी का रुझान वाड़िया गया। टीवी उत्ते तुसीं देख लो, कोई भी तुहानूं ऐसा प्रोग्राम नहीं दिखाया जाएगा जिहड़ा तुहानूं जाणू करवाए कि तुसीं है कौन, तुसीं किन्हां दे वारस हो, तुहाडे शहीदां ने तुहाडे लई की कीता है। ਸਿੰਘਾਂ ने बंद बंद कटवा दिते ने, ਸਿੰਘਾਂ ने इत्थे खोपर तक लहा दिते ने, चड़खड़ियां दे उत्ते तूंबा तूंबा हो करके शहीद होए ने, पर अपना धर्म नहीं जे छड्डिया। पर सानू ये विखाया जाता है कि सिरां दे उपर केस नहीं, मूँह अपने मुन्ने ने, बीबियां ने की पाया है, पेंटा जीना पाइया हुई ने, ऐशो आराम रंग तमाशे ये मानने
ਕੰਜਰਪੁਣਾ ਕਰਨਾ, ਨਾਚ ਗਾਣੇ ਕਰਨੇ, ਇਹ ਸਾਨੂੰ ਵਿਖਾਇਆ ਜਾਂਦਾ ਹੈ। ਸਾਡੇ ਬੱਚੇ ਇਹ ਕੁਛ ਵੇਖਦੇ ਨੇ ਤੇ ਫਿਰ ਇਹੀ ਕੁਝ ਕਰਦੇ ਨੇ। ਫਿਰ ਸਮਾਂ ਬੜਾ ਲੰਘ ਚੁੱਕਾ ਹੁੰਦਾ ਹੈ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਗੱਲਾਂ ਪੱਕ ਜਾਂਦੀਆਂ ਨੇ ਕਿ ਸ਼ਾਇਦ ਸਾਡਾ ਅਸਲੀ ਰੂਪ ਇਹੀ ਹੈ ਕਿ ਸਿਰ ਦੇ ਉੱਤੇ ਕੇਸ ਨਹੀਂ, ਮੂੰਹ ਸਾਡਾ ਮੁੰਨਿਆ ਏ ਤੇ ਅਸੀਂ ਪੈਂਟਾਂ ਪਾਉਣੀਆਂ, ਜਿੰਨਾਂ ਪਾਉਣੀਆਂ ਤੇ ਬੀਬੀਆਂ ਨੇ ਆਪਣੇ ਰੋਮਾਂ ਦੀ ਬੇਇੱਜ਼ਤੀ ਕਰਨੀ ਹੈ, ਭਰਵੱਟੇ ਵਢਾ ਦੇਣੇ ਨੇ ਤੇ ਪਿੱਛੇ ਆਪਣੇ ਕੇਸ ਵੀ ਕਤਲ ਕਰਾ ਕੇ ਤੇ ਗੁੱਤਾ ਕਰਾ ਕੇ ਲੁੰਡੇ ਕਰਾ ਲੈਣੇ ਨੇ। ਇਹ ਕੁਝ ਸਾਨੂੰ ਸਿਖਾਇਆ ਜਾ ਰਿਹਾ ਹੈ ਤੇ ਉਹ ਕੁਝ ਅਸੀਂ ਫੋਲੋ ਵੀ ਕਰੀ ਜਾ ਰਹੇ ਹਾਂ। ਅੱਜ ਸਮਝਣ ਦੀ ਲੋੜ ਹੈ, ਅਸੀਂ ਆਪਣੇ ਸਰੂਪ ਨੂੰ ਪਹਿਚਾਣੀਏ, ਖਾਸ ਰੂਪ ਦੇ ਵਿੱਚ ਆਈਏ, ਤਾਂ ਹੀ ਅਸੀਂ ਗੁਰੂ ਮਹਾਰਾਜ ਦੀ ਖੁਸ਼ੀਆਂ ਲਵਾਂਗੇ, ਤਾਂ ਹੀ ਸਾਡੇ ਸਿੰਘ ਸ਼ਹੀਦ ਉਹ ਵੀ ਸਾਡੇ ਤੇ ਮਾਣ ਕਰਨਗੇ ਕਿ ਇਹਨਾਂ ਦੀ ਖਾਤਰ ਸ਼ਹੀਦੀਆਂ ਦੇ ਜਾਮ ਪੀਤੇ ਸੀ। ਵਾਕਿਆ ਹੀ ਸਾਡੀ ਕੌਮ ਨੇ ਸਾਡੀ ਸੋਚ ਨੂੰ ਅਪਣਾਇਆ ਹੋਇਆ ਏ ਤੇ ਉਹ ਸੰਘਰਸ਼ ਨੂੰ ਅੱਗੇ ਲੈ ਕੇ ਜ਼ਰੂਰ ਸਾਡੀ ਸ਼ਹੀਦੀ ਰੰਗ ਲਿਆਵੇਗੀ ਤੇ ਸਾਡਾ ਰਾਜ ਭਾਗ ਮੁੜ ਆਵੇਗਾ। ਤੇ ਜੇਕਰ ਅਸੀਂ ਨਾ ਸਮਝੇ ਤੇ ਫਿਰ ਤੇ ਜੋ ਸਰਕਾਰ ਚੱਲ ਰਹੀ ਹੈ ਉਹਦੇ ਵਿੱਚ ਉਹ ਸਫਲ ਵੀ ਹੋ ਰਹੀ ਹੈ ਤੇ ਫਿਰ ਉਹਨੂੰ ਤੇ ਕੁਛ ਕਰਨ ਦੀ ਲੋੜ ਹੀ ਨਹੀਂ। ਅਸੀਂ ਤੇ ਆਪਣੀ ਨਸਲਕੁਸ਼ੀ ਆਪੇ ਹੀ ਕਰ ਲੈਣੀ, ਬੀਬੀਆਂ ਨੇ ਵੀ ਕਰ ਲਈ ਤੇ ਵੀਰਾਂ ਨੇ ਵੀ ਕਰ ਲਈ। ਜਦੋਂ ਅਸੀਂ ਅੱਜ ਇਹ ਗੱਲਾਂ ਆਪਣੇ ਵੀਰਾਂ ਭੈਣਾਂ ਨੂੰ ਕਹਿੰਦੇ ਆ, ਉਹਨਾਂ ਨੂੰ ਬੁਰਾ ਲੱਗਦਾ ਹੈ ਕਿ ਇਹ ਕਿੱਥੋਂ ਆ ਜਾਂਦੇ ਨੇ, ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਅੱਜ ਮਾਡਰਨ ਜ਼ਮਾਨਾ ਆ ਗਿਆ, ਮਾਡਰਨ ਜ਼ਮਾਨਾ ਨਹੀਂ ਆਇਆ, ਇਹ ਸਾਡੀ ਨਸਲਕੁਸ਼ੀ ਹੈ। ਸਾਨੂੰ ਉਹ ਸਮਾਂ ਸੀ ਜਦੋਂ ਅਸੀਂ ਸਿਰ ਦੇ ਉਤੋਂ ਕੇਸ ਨਹੀਂ ਸੀ ਕਟਵਾਉਂਦੇ, ਸਾਨੂੰ ਜਾਨ ਦੇਣੀ ਪੈਂਦੀ ਸੀ। ਪਰ ਅੱਜ ਅਸੀਂ ਖੁਦ ਖੁਸ਼ੀ ਦੇ ਨਾਲ ਆਪਣੇ ਕੇਸ ਕੱਟ ਰਹੇ ਹਾਂ ਤੇ ਜਾਨ ਸਾਡੀ ਬਚੀ ਹੋਈ ਹੈ, ਕਿਉਂਕਿ ਨਸਲਕੁਸ਼ੀ ਦੇ ਆਪੇ ਹੋ ਗਈ। ਆਪਣਾ ਸਰੂਪ ਹੀ ਅਸੀਂ ਇੱਕ ਪਾਸੇ ਰੱਖ ਦਿੱਤਾ, ਆਪਣੀ ਪਹਿਚਾਣ ਹੀ ਮਿਟਾ ਦਿੱਤੀ। ਅਸੀਂ ਨਾ ਹਿੰਦੂ ਰਹੇ ਨਾ ਮੁਸਲਿਮ ਰਹੇ, ਅਸੀਂ ਰਹੇ ਕੌਣ? ਹੋ ਗਈ ਨਾ ਨਸਲਕੁਸ਼ੀ, ਆਪਣੇ ਹੱਥੀਂ ਹੀ ਕਰ ਲਈ। ਇਸ ਕਰਕੇ ਇਹ ਜ਼ਰੂਰੀ ਬੇਨਤੀ ਹੈ, ਮੋਬਾਈਲ ਵੀ ਚਲਾਓ ਪਰ ਚਲਾਓ ਗਿਆਨ ਵਾਸਤੇ। ਮੋਬਾਈਲ ਦੇ ਉੱਤੇ ਹੋਰ ਬਹੁਤ ਕੁਝ ਹੈ, ਗੁਰਬਾਣੀ ਹੈ, ਕਥਾ ਹੈ, ਕੀਰਤਨ ਹੈ, ਹੋਰ ਐਸਾ ਕੁਝ ਪੜ੍ਹੋ ਤੇ ਲਿਖੋ ਤੇ ਸਮਝੋ ਤੇ ਵਿਚਾਰੋ। ਆਪਣੇ ਜਰਨੈਲਾਂ ਦੇ ਬਾਰੇ, ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹੋ, ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਕੰਮ ਕੀਤੇ ਨੇ, ਜਿਨ੍ਹਾਂ ਦੀ ਖਾਤਰ ਅੱਜ ਸਾਡੀ ਬਰਕਰਾਰ ਹੈ। ਆਪਣੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੋਂ ਜਾਣੂ ਹੋਈਏ, ਸਿਧਾਂਤਾਂ ਤੋਂ ਜਾਣੂ ਹੋਈਏ, ਆਪਣੇ ਆਸੇ ਪਾਸੇ ਪ੍ਰਚਾਰ ਕਰੀਏ ਤਾਂ ਕਿ ਇਕਜੁੱਟ ਹੋ ਕਰ ਜਾਹੋ ਜਲਾਲ ਦੇ ਵਿੱਚ ਆ ਕਰਕੇ ਤੇ ਆਪਣੇ ਕੌਮੀ ਘਰ ਨੂੰ ਪ੍ਰਾਪਤ ਕਰਨ ਵਾਸਤੇ ਇਕਾਗਰ ਚਿੱਤ ਹੋ ਜਾਈਏ। ਤੇ ਉਹ ਦਿਨ ਫਿਰ ਦੂਰ ਨਹੀਂ ਜਿਸ ਦਿਨ ਵਾਕਿਆ ਹੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਉਹ ਦਿਨ ਫਿਰ ਦੂਰ ਨਹੀਂ, ਮੰਜ਼ਿਲ ਦੀ ਪ੍ਰਾਪਤੀ ਨਜ਼ਦੀਕ ਹੀ ਹੋਵੇਗੀ। ਸੋ ਇਤਨੀਆਂ ਹੀ ਬੇਨਤੀਆਂ ਕਰਨੀਆਂ ਹੈ ਆਪ ਜੀ ਦੇ ਚਰਨਾਂ ਦੇ ਵਿੱਚ। ਤੇ ਅੰਤ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਕਿ ਅਸੀਂ ਜੇਕਰ ਰਾਜ ਭਾਗ ਨੂੰ ਮੰਨਣਾ ਹੈ ਤਾਂ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ, ਉਹਨਾਂ ਦੀ ਸੋਚ ਨੂੰ ਅਪਣਾਉਂਦੇ ਹੋਏ, ਰਹਿਤ ਮਰਿਆਦਾ ਦੇ ਧਾਰਨੀ ਬਣਦੇ ਹੋਏ ਆਪਣਾ ਜੀਵਨ ਸਫਲਾ ਕਰੀਏ। ਤੇ ਇਸ ਪ੍ਰਕਾਰ ਦੇ ਨਾਲ ਲੋਕ ਵੀ ਸੁਖ ਤੇ ਪਰਲੋਕ ਵੀ ਜਾਵੇਗਾ ਤੇ ਸੰਸਾਰ ਤੇ ਆਉਣਾ ਸਦੀਵ ਕਾਲ ਲਈ ਅਮਰ ਹੋ ਜਾਵੇਗਾ। ਸੋ ਇਤਨੀਆਂ ਹੀ ਕਰੋ, ਵੀਰਾਂ ਦੇ ਪਾਸੋਂ ਸਰਵਣ ਕਰੋ, ਪ੍ਰਬੰਧਕ ਸਰਬੱਤ ਸਮੂਹ ਸਾਧ ਕੋਟ। ਧੰਨਵਾਦ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।